ਸਤਨਾਮ ਵਾਹਿਗੁਰੂ ਸਾਹਿਬ ਜੀ। ਮੈਂ ਨਾਹੀ ਕਛ ਹਉ ਨਾਹੀ, ਕਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬਉਰੇ ਤੁਹੀ ਕਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਰਾਮ ਸਿਮਰ ਇਹ ਤੇਰੇ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਬੇਸੁਮਾਰ ਅਥਾਹ ਅਗਨਤ ਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰਾ ਧੂਰ ਸਕੇਲ ਕੈ, ਪੁਰੀਆ ਬਾਂਦੀ ਦੇਹ। ਦਿਵਸ ਚਾਰ ਕੋ ਪੇਖਨਾ, ਅੰਤ ਖੇਹ ਕੀ ਖੇਹ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਿਵਾਜਿਸ਼ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ, ਗੁਰਬਾਣੀ ਦੇ ਨਾਲ ਜੁੜ ਕੇ ਅਧਿਆਤਮਕ ਲਾਭ ਪ੍ਰਾਪਤ ਕਰਨ ਦਾ, ਗੁਰੂ ਸ਼ਬਦ ਦੀ ਬਖਸ਼ਿਸ਼ ਨੂੰ ਗਿਆਨ ਰੂਪ ਵਿੱਚ ਮਾਨਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜਿਆ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਗੁਰੂ ਕੀ ਬਖਸ਼ਿਸ਼ ਨੂੰ ਸ਼ਬਦ ਵਿਚਾਰ ਦੁਆਰਾ ਗਿਆਨਮਈ ਰੂਪ ਵਿੱਚ ਨਿਰੰਤਰ ਮਾਣਦੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰਾ ਧੂਰ ਸਕੇਲ ਕੈ,
ਪੁਰੀਆ ਬਾਂਦੀ ਦੇਹ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਦੇ ਵਿੱਚ ਬਖਸ਼ਿਸ਼ ਕਰਕੇ ਨਿਵਾਜਿਆ ਸੀ ਕਿ ਜਦੋਂ ਮਨੁੱਖ ਗਿਆਨ ਦੇ ਸਹਿਤ ਜਾਂ ਗੁਰੂ ਦੇ ਸ਼ਬਦ ਅਭਿਆਸ ਨਾਲ ਆਪਣੇ ਅਸਲ ਦੇ ਨੇੜੇ ਨਹੀਂ ਹੁੰਦਾ ਤਾਂ ਉਹ ਪਾਣੀ ਦਾ ਰੂਪ ਹੁੰਦਿਆਂ ਹੋਇਆਂ ਹਉਮੈ ਤਾਂ ਆਪਣੇ ਹੋਰ ਮਨੁੱਖੀ ਤਾਣਾਂ ਦੇ ਗੁਮਾਨ ਕਰਕੇ ਬਰਫ਼ ਵਰਗਾ ਬਣ ਜਾਂਦਾ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ ਕਿ ਸ਼ਾਇਦ ਮੇਰੀ ਹੋਂਦ ਜਿਹੜੀ ਹੈ ਪਾਣੀ ਤੋਂ ਵੱਖਰੀ ਹੈ, ਭਾਵ ਕਿ ਅਕਾਲ ਪੁਰਖ ਤੋਂ ਵੱਖਰੀ ਹੈ, ਮੈਂ ਕੁਝ ਵਿਸ਼ੇਸ਼ ਹਾਂ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਓਰਾ ਗਰ ਪਾਣੀ ਪਿਆ, ਚੰਗਾ ਹੋਇਆ ਕਿ ਸੂਰਜ ਦੀਆਂ ਕਿਰਨਾਂ ਮੇਰੇ ਉੱਪਰ ਪੈ ਗਈਆਂ, ਉਹਦੇ ਸੇਕ ਦੇ ਨਾਲ ਮੇਰਾ ਜਿਹੜਾ ਬਰਫ਼ ਵਾਲਾ ਹਉਮੈ ਰੂਪ ਬਣਿਆ ਸੀ ਉਹ ਸਾਰਾ ਪਿਘਲ ਕੇ ਫਿਰ ਨਿਮਰਤਾ ਦੇ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਸਮਾ ਗਿਆ। ਇਸ ਪ੍ਰਕਾਰ ਬਖਸ਼ਿਸ਼ ਕੀਤੀ ਸੀ ਕਿ ਇਹਦੇ ਲਈ ਇੱਕ ਭੈ ਨੇਮ ਹੋਣਾ ਜ਼ਰੂਰੀ ਹੈ ਕਿ ਥੋੜ੍ਹੀ ਜਿਹੀ ਠੰਡ ਨੇ ਪਾਣੀ ਨੂੰ ਜਮਾ ਦਿੱਤਾ ਤਾਂ ਉਹ ਆਪਣੇ ਆਪ ਨੂੰ ਵਿਸ਼ੇਸ਼ ਬਰਫ਼ ਮੰਨਣ ਲੱਗ ਪਈ ਅਤੇ ਗਿਆਨ ਦੇ ਕਰਮ ਤੋਂ ਦੂਰ ਚਲੀ ਗਈ। ਪਰ ਕਹਿੰਦੇ ਜਿਹੜਾ ਸੂਰਜ ਦਾ ਸੇਕ ਪੈਣਾ ਭਾਵੇਂ ਉਹ ਤਪਸ਼ ਹੀ ਸੀ, ਪਰ ਉਸ ਤਪਸ਼ ਨੇ ਉਹਦੇ ਜੀਵਨ ਨੂੰ ਮੁੜ ਹਉਮੈ ਤੋਂ ਰਹਿਤ ਕਰ ਦਿੱਤਾ। ਭਾਵ ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦਾ ਗਿਆਨ ਜੋ ਤੀਖਣ ਹੋ ਕੇ ਸਾਡੇ ਸਾਰੇ ਕਰਮਾਂ ਦੇ ਉੱਪਰ ਪੈਂਦਾ ਹੈ ਤਾਂ ਸਾਡੇ ਕਰਮ ਜਿਹੜੇ ਹਉਮੈ ਵਿੱਚ ਜੜ ਹੋ ਰਹੇ ਹੁੰਦੇ ਨੇ ਫਿਰ ਗੁਰੂ ਸ਼ਬਦ ਦੀ ਮਿਹਰ ਨਾਲ ਵਹਿਣ ਬਣ ਜਾਂਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਨੁੱਖੀ ਸਰੀਰ ਦੀ ਰਚਨਾ ਬਾਰੇ ਸਾਨੂੰ ਸਮਝਾ ਰਹੇ ਹਨ ਭਗਤ ਕਬੀਰ ਸਾਹਿਬ ਜੀ ਕਿ ਦੇਹ ਦਾ ਸਿਲਸਿਲਾ ਕਿੰਨਾ ਕੁ ਹੈ। ਮਨੁੱਖ ਇਸ ਨੂੰ ਬੜਾ ਅਮੋਲਕ, ਬੜਾ ਮਹੱਤਵਪੂਰਨ, ਬੜਾ ਕੀਮਤੀ ਮੰਨਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜੇ ਦੀਰਘ ਵਿਚਾਰ ਕੀਤੀ ਜਾਵੇ ਤਾਂ ਇੰਨਾ ਕੀ ਸਿਲਸਿਲਾ ਬਣਦਾ ਹੈ। ਕਬੀਰਾ ਧੂਰ ਸਕੇਲ ਕੈ, ਕਿ ਜਿਵੇਂ ਇੱਕ ਬੁੱਤ ਕਰਨ ਵਾਲੇ ਕੋਲੋਂ ਜਿਹੜਾ ਬੁੱਤ ਦੀ ਲਿਪਾਈ ਕਰਦਾ ਉਹਦੇ ਕੋਲੋਂ ਮਿੱਟੀ ਹੁੰਦੀ ਹੈ, ਉਹਦੀ ਚੋਣ ਹੁੰਦੀ ਹੈ, ਉਹ ਕਿਵੇਂ ਦੀ ਮੂਰਤ ਉਹਦੇ ਵਿੱਚੋਂ ਸਾਜ ਲਵੇ। ਇਸ ਤਰ੍ਹਾਂ ਆਖਦੇ ਹਨ ਕਿ ਧੂਰ ਸਕੇਲ ਕੈ, ਪਹਿਲਾਂ ਉਹਨੂੰ ਗੁਣ ਆਦਿ ਕਰਕੇ ਉਹ ਮਿੱਟੀ ਦਾ ਲੇਪ ਬਣਾ ਲੈਂਦਾ ਹੈ, ਫਿਰ ਆਪਣੇ ਅਨੁਸਾਰ ਉਹਨੂੰ ਸ਼ਕਲ ਦੇ ਦਿੰਦਾ ਹੈ ਅਤੇ ਇੰਝ ਜੀਵਨ ਦਾ ਸਿਲਸਿਲਾ ਚੱਲ ਪੈਂਦਾ ਹੈ। 4 ਕੁ ਦਿਨ ਉਸ ਬੁੱਤ ਦੀ ਪ੍ਰਤੀਤ ਹੁੰਦੀ ਹੈ, ਕੋਈ ਦੇਖਦਾ ਹੈ, ਕੋਈ ਮਾਣਦਾ ਹੈ, ਫਿਰ ਆਖਰ ਨੂੰ ਟੁੱਟ ਜਾਂਦਾ ਹੈ। ਫਿਰ ਉਸੇ ਜ਼ਮੀਨ ਜਿਹਦੇ ਵਿੱਚੋਂ ਉਹ ਬੁੱਤ ਦੀ ਸਿਰਜਣਾ ਹੋਈ ਹੁੰਦੀ ਹੈ ਫਿਰ ਉਹਦੇ ਵਿੱਚ ਰਲ ਜਾਂਦਾ। ਇਸ ਅਰਲ ਭਾਵ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਹੁਣ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਕਬੀਰ ਧੂਰ ਸਕੇਲ ਕੈ, ਸਾਡਾ ਜੀਵਨ, ਸਾਡਾ ਸਰੀਰ 5 ਤੱਤਾਂ ਦੀ ਘਾੜਤ ਹੈ। ਜਲ, ਵਾਯੂ, ਅਗਨੀ, ਆਕਾਸ਼ ਅਤੇ ਪ੍ਰਿਥਵੀ, ਇਹਨਾਂ 5 ਤੱਤਾਂ ਤੋਂ ਸਾਡਾ ਜੀਵਨ ਬਣਿਆ ਹੋਇਆ ਹੈ। ਸਰੀਰ ਦੇ ਵਿੱਚ ਇਹਨਾਂ ਤੱਤਾਂ ਦੇ ਕਰਕੇ ਹੀ ਮਨੁੱਖ ਦਾ ਜੀਵਨ ਚੱਲਦਾ ਹੈ। ਜਿਤਨੀ ਸਾਡੀ ਮਾਸ ਮਿੱਝ ਆਦਿਕ ਹੈ ਇਹ ਸਾਰੀ ਪ੍ਰਿਥਵੀ ਤੱਤ ਤੋਂ ਬਣੀ ਹੋਈ ਹੈ। ਖੂਨ ਆਦਿਕ ਹੋਰ ਜਿਤਨਾ ਸਰੀਰ ਦਾ ਵਹਿਣ ਵਾਲਾ ਸੁਭਾਵ ਹੈ ਇਹ ਸਾਰਾ ਜਲ ਤੱਤ ਤੋਂ ਬਣਿਆ ਹੈ। ਅਗਨੀ ਤੱਤ ਦੇ ਨਾਲ ਸਾਡੇ ਖੂਨ ਦੀ ਗਰਦਸ਼ ਚੱਲਦੀ ਹੈ, ਸਾਡੇ ਸਰੀਰ ਦੇ ਅੰਦਰ ਜਠਰ ਅਗਨੀ ਦਾ ਸਿਲਸਿਲਾ ਚੱਲਦਾ ਹੈ। ਹਵਾ ਤੱਤ ਦੇ ਨਾਲ ਸਾਡੇ ਪ੍ਰਾਣ ਚੱਲਦੇ ਨੇ ਅਤੇ ਅਸੀਂ ਆਵਾਜ਼ ਦਾ ਵੀ ਉਹਦੇ ਨਾਲ ਹੀ ਸਿਲਸਿਲਾ ਬਣਦਾ ਹੈ। ਅਤੇ ਜਿਹੜਾ ਆਕਾਸ਼ ਤੱਤ ਹੈ ਉਹਦੇ ਨਾਲ ਸਾਡੀ ਆਤਮਾ ਬਣਦੀ ਹੈ ਅਤੇ ਆਕਾਸ਼ ਤੱਤ ਤੋਂ ਬਿਨਾਂ ਜਿਹੜਾ ਹੈ ਜੀਵਨ ਨਹੀਂ ਬਣ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਇਹਦੇ ਵਿੱਚੋਂ ਇੱਕ ਨੁਕਤੇ ਦੇ ਉੱਪਰ ਸਾਨੂੰ ਸਮਝਾ ਰਹੇ ਹਨ। ਧੂਰ ਸਕੇਲ ਕੈ, ਪ੍ਰਿਥਵੀ ਤੋਂ, ਪ੍ਰਿਥਵੀ ਤੱਤ ਦੇ ਨਾਲ ਜਿਹੜਾ ਸਾਡਾ ਸਰੀਰ ਬਣਿਆ। ਹੁਣ ਗੁਰਬਾਣੀ 'ਚ ਵਾਕ ਹੁੰਦਾ ਹੈ,
ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਭਾਵ ਕਿ ਜਿਵੇਂ ਇੱਕ ਭਾਂਡੇ ਘੜਨ ਵਾਲੇ ਕੋਲ ਮਿੱਟੀ ਹੁੰਦੀ ਹੈ, ਉਹਦੇ ਵਿੱਚ ਪਾਣੀ ਆਦਿਕ ਪਾ ਕੇ ਗੁੰਨਦਾ ਹੈ, ਫਿਰ ਉਹਨੂੰ ਕੋਈ ਰੂਪ ਰੰਗ ਦਿੰਦਾ ਹੈ। ਇਵੇਂ ਮਾਲਕ ਅਜੀਮ ਨੇ 4 ਤੱਤਾਂ ਦੀ ਖੇਡ ਧਰਤੀ ਦੇ ਵਿੱਚੋਂ ਰਲਾ ਦਿੱਤੀ। 5ਵਾਂ ਤੱਤ ਆਪਣਾ ਜੋਤ ਰੂਪ ਪਾ ਕੇ ਮਨੁੱਖ ਦੇ ਜੀਵਨ ਦੀ ਸਾਜਨਾ ਕਰ ਦਿੱਤੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਧੂਰ ਸਕੇਲ ਕੈ, ਕਿਉਂਕਿ ਬਾਕੀ ਤੱਤ ਤਾਂ ਬਾਅਦ ਦੇ ਵਿੱਚ ਨੇ। ਪਹਿਲਾਂ ਦੇਹ ਬਣੇਗੀ, ਦੇਹ ਦਾ ਭਾਵ ਕਿ ਪਹਿਲਾਂ ਮਾਸ ਹੱਡੀਆਂ ਦਾ ਢਾਂਚਾ ਬਣੇਗਾ, ਉਸ ਤੋਂ ਬਾਅਦ ਹੀ ਇਹਦੇ ਵਿੱਚ ਖੂਨ ਹੋਰ ਸਾਰਾ ਕੁਝ ਆਏਗਾ। ਇਸ ਕਰਕੇ ਮੂਲ ਜਿਹੜੀ ਤੇਰੀ ਦੇਹ ਹੈ, ਜਿਹੜਾ ਪਹਿਲਾ ਤੱਤ ਹੈ ਪ੍ਰਿਥਵੀ ਤੱਤ, ਉਹਦੇ ਨਾਲ ਦੇਹ ਬਣਦੀ ਹੈ। ਅਤੇ ਇਹ ਦੇਹ ਮਿੱਟੀ ਦੇ ਤੱਤ ਨੂੰ ਘੜ ਕੇ ਬਣਾਈ ਗਈ ਹੈ। ਇਸ ਕਰਕੇ ਇਹਦੇ ਪ੍ਰਿਥਵੀ ਤੱਤ ਹੋਣ ਦਾ ਇੱਕ ਹੋਰ ਵੀ ਲੱਛਣ ਹੈ ਕਿ ਉਦਾਹਰਨ ਦੇ ਤੌਰ 'ਤੇ ਲੋਹਾ ਆਦਿਕ ਜ਼ਮੀਨ ਦੇ ਵਿੱਚ ਸੁੱਟ ਛੱਡੀਏ ਨਾ, ਤਾਂ ਉਹ ਕਈ ਸਾਲਾਂ ਬਾਅਦ ਜਾ ਕੇ ਮਿੱਟੀ ਦਾ ਰੂਪ ਹੁੰਦਾ, ਕਈ ਵਾਰੀ ਨਹੀਂ ਵੀ ਹੁੰਦਾ ਜੇ ਉਹ ਸ਼ੁੱਧ ਹੋਵੇ ਤਾਂ। ਜਿਵੇਂ ਸਟੀਲ ਆਦਿਕ ਹੈ, ਹਜ਼ਾਰਾਂ ਸਾਲ ਪਿਆ ਰਵੇ, ਉਹਦਾ ਰੂਪ ਨਹੀਂ ਬਦਲਦਾ। ਇਸ ਕਰਕੇ ਜਦੋਂ ਸਾਡੀ ਮਨੁੱਖੀ ਜੀਵਨ ਦਬਾ ਦਿੱਤਾ ਜਾਂਦਾ ਹੈ ਜਾਂ ਜ਼ਮੀਨ 'ਤੇ ਵੈਸੇ ਹੀ ਸੁੱਟ ਦਿੱਤਾ ਜਾਵੇ, ਤਾਂ ਉਹ ਕੁਝ ਮਹੀਨਿਆਂ ਬਾਅਦ ਵਿਘਟਿਤ ਹੋ ਜਾਂਦਾ ਹੈ। ਭਾਵ ਕਿ ਉਹਦੀ ਹੋਂਦ ਖੁਰ ਜਾਂਦੀ ਹੈ, ਨਿੱਕਾ ਨਿੱਕਾ ਕਰਕੇ ਉਹ ਮਿੱਟੀ ਦੇ ਵਿੱਚ ਆਪਣੇ ਆਪ ਰਲ ਜਾਂਦਾ ਹੈ। ਇਹ ਜਿਹੜਾ ਆਪਣੇ ਆਪ ਰਲ ਜਾਣਾ ਜਾਂ ਵਿਘਟਿਤ ਹੋ ਜਾਣਾ ਹੈ, ਇਹ ਸਾਨੂੰ ਸਮਝਾਉਂਦਾ ਹੈ ਕਿ ਸਾਡਾ ਜਿਹੜਾ ਜੀਵਨ ਹੈ ਉਹ ਮਾਟੀ ਤੋਂ ਬਣਿਆ ਹੋਇਆ, ਕਿ ਮਾਟੀ ਆਪਣੇ ਮੂਲ ਸੁਭਾਅ ਦੇ ਵਿੱਚ ਇਹਨੂੰ ਫਿਰ ਆਪਣੇ ਆਪ ਲੈ ਲਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਧੂਰ ਸਕੇਲ ਕੈ। ਇਸ ਕਰਕੇ ਜਦੋਂ ਇਸ ਗੱਲ ਨੂੰ ਇੱਕ ਹੈਨਰੀ ਬਰਗਸਾਂ ਨੇ ਮੌਤ ਦੇ ਉੱਪਰ ਬੜੀ ਵੱਡੀ ਗੱਲ ਕਹੀ ਹੈ, ਕਹਿੰਦਾ ਧਰਤੀ 'ਤੇ ਮੌਤ ਹੁੰਦੀ ਨਹੀਂ। ਧਰਤੀ 'ਤੇ ਕਹਿੰਦਾ ਕੇਵਲ ਚੀਜ਼ਾਂ ਦੇ ਰੂਪ ਬਦਲਦੇ ਨੇ। ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈ, ਉਹ ਕਹਿੰਦਾ ਰੂਪ ਬਦਲਦੇ ਨੇ ਕਿ ਜਦੋਂ ਦੇਹ ਜੁੜਦੀ ਹੈ ਉਦੋਂ ਤੱਤਾਂ ਦੀ ਕਿਰਿਆ ਜੁੜਦੀ ਹੈ, ਅਤੇ ਜਦੋਂ ਤੱਤਾਂ ਦਾ ਜੀਵਨ ਪੂਰਾ ਹੋ ਜਾਂਦਾ, ਆਪੋ ਆਪਣੇ ਮੂਲ ਵਿਸ਼ੇ ਦੇ ਵਿੱਚ ਵਿਲਏ ਹੋ ਜਾਂਦੇ ਨੇ, ਅਤੇ ਅਸੀਂ ਉਸ ਨੂੰ ਮੌਤ ਦਾ ਨਾਮ ਦਿੰਦੇ। ਇਸ ਕਰਕੇ ਕਿ ਹਵਾ ਪਹਿਲਾਂ ਵੀ ਵਿਆਪਤ ਹੈ, ਸਾਡੇ ਜੰਮਣ ਤੋਂ ਪਹਿਲਾਂ ਅਤੇ ਸਾਡੇ ਮਰਨ ਤੋਂ ਬਾਅਦ ਹਵਾ ਰਹੇਗੀ। ਪਰ ਜਦੋਂ ਉਹੀ ਹਵਾ ਸਾਡੇ ਜਿਉਂਦਿਆਂ ਸਰੀਰ ਦੇ ਵਿੱਚ ਗਰਦਿਸ਼ ਕਰਦੀ ਹੈ, ਤਾਂ ਅਸੀਂ ਉਹਨੂੰ ਸਵਾਸ ਆਖਦੇ ਹਾਂ, ਸਾਹ ਆਖਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਪਾਣੀ ਦਾ ਵਹਿਣ ਸਾਡੇ ਜੰਮਣ ਤੋਂ ਪਹਿਲਾਂ ਵੀ ਚੱਲਦਾ, ਬਾਅਦ ਵੀ ਚੱਲਦਾ ਹੈ। ਪਰ ਉਸ ਪਾਣੀ ਦੇ ਵਹਿਣ ਵਿੱਚ ਕੁਝ ਤੱਤ ਰਲ ਜਾਂਦੇ ਨੇ ਸਰੀਰ ਦੇ, ਅਤੇ ਉਹਨੂੰ ਅਸੀਂ ਜਲ ਦਾ ਵਹਿਣ ਆਖਦੇ ਹਾਂ, ਜਿਹਦੇ ਨਾਲ ਸਾਡਾ ਸਰੀਰ ਬਣਦਾ ਹੈ। ਉਹ ਪਹਿਲਾਂ ਵੀ ਤੱਤ ਮੌਜੂਦ ਹੈ, ਬਾਅਦ ਦੇ ਵਿੱਚ ਵੀ ਮੌਜੂਦ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਧੂਰ ਸਕੇਲ ਕੈ। ਇਸ ਕਰਕੇ ਜਿਹੜੇ ਬ੍ਰਹਮਨਿਸ਼ਠ ਬੰਦੇ ਹੁੰਦੇ ਹਨ, ਮੈਂ ਅਕਸਰ ਵੀ ਕਈ ਦਫਾ ਬੇਨਤੀ ਕੀਤੀ ਕਿ ਬੰਦੇ ਨੂੰ ਆਪਣੇ ਆਤਮ ਸਰੂਪ ਦਾ ਅਭਿਆਸ ਰੋਜ਼ਾਨਾ 20 ਤੋਂ 25 ਮਿੰਟ ਕਰਨਾ ਚਾਹੀਦਾ ਹੈ। ਜਿਹੜੇ ਇਹ ਨਹੀਂ ਕਰਦੇ, ਉਹ ਆਪਣੇ ਜੀਵਨ ਦੇ ਸਦੀਵਤਾ ਨੂੰ ਨਹੀਂ ਲੱਭ ਸਕਦੇ, ਕਿਉਂਕਿ ਦੇਹ ਸਦੀਵ ਨਹੀਂ ਹੈ, ਮਨ ਵੀ ਸਦੀਵ ਨਹੀਂ ਹੈ। ਇਸ ਕਰਕੇ ਜੋ ਸਾਡੀ ਇਸ ਦੇਹ ਦੇ ਵਿੱਚ ਸਦੀਵ ਵਿਚਰ ਰਿਹਾ ਹੈ, ਜਿਹਦੇ ਕਰਕੇ ਇਹ ਦੇਹ ਚੱਲ ਰਹੀ ਹੈ, ਉਤਨਾ ਚਿਰ ਉਹਦਾ ਅਭਿਆਸ ਸਾਨੂੰ ਕਰਨਾ ਹੀ ਪਏਗਾ। ਜੇ ਨਹੀਂ ਕਰਾਂਗੇ ਤਾਂ ਅਸੀਂ ਪਛਾਣ ਨਹੀਂ ਸਕਾਂਗੇ ਕਿ ਸਾਡੇ ਜੀਵਨ ਦਾ ਅਸਲ ਕੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਧੂਰ ਸਕੇਲ ਕੈ। ਧੂੜ ਭਾ ਮਿੱਟੀ ਆਦਿ ਪ੍ਰਿਥਵੀ ਤੱਤ ਨੂੰ ਸਕੇਲ ਕੈ, ਉਹਨੂੰ ਰੰਗ ਢੰਗ ਦੇ ਕੇ ਤੇਰੀ ਦੇਹ ਦਾ ਢਾਂਚਾ ਘੜਿਆ ਹੋਇਆ ਹੈ। ਪੁਰੀਆਂ ਬਾਂਦੀ ਦੇਹ ਅਤੇ ਦੇਹ ਦਾ ਕਾਰਨ ਰਚ ਦਿੱਤਾ ਹੈ। ਦਿਵਸ 4 ਕੋ ਪੇਖਣਾ, ਕਹਿੰਦੇ 4 ਕੁ ਦਿਨ ਇਸ ਦਾ ਖੇਡ ਚੱਲਦਾ ਹੈ। ਫਿਰ ਕੀ ਹੁੰਦਾ ਹੈ, ਅੰਤ ਖੇਹ ਕੀ ਖੇਹ, ਫਿਰ ਇਹ ਜਿਹੜੀ ਮਾਟੀ ਹੈ ਮਾਟੀ ਦੇ ਵਿੱਚ ਰਲ ਜਾਂਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਸਾਨੂੰ ਭਾਵ ਬੁਝਾ ਰਹੇ ਹਨ ਕਿ ਮਨੁੱਖ ਜਿਹੜੀ ਰਚਨਾ, ਕਿਉਂਕਿ ਬਾਣੀ 'ਚ ਅਸੀਂ ਵਾਕ ਪੜ੍ਹਦੇ ਹਾਂ, ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸ ਮੇਹੀ, ਕਿ ਤਿੰਨਾਂ ਤੱਤਾਂ ਤੋਂ ਨਾਲ ਇਹ ਦੇਹ ਬਣ ਗਈ, ਬਾਕੀ ਉਹਦੇ ਵਿੱਚ ਹੋਰ ਆਕਾਸ਼ ਤੱਤ ਆ ਗਏ। ਤਾਂ ਇਸੇ ਤਰ੍ਹਾਂ ਭਗਤ ਕਬੀਰ ਬਾਣੀ 'ਚ ਸਤਿਗੁਰੂ ਸਾਹਿਬ ਜੀ ਦੇ ਸਾਨੂੰ ਵਾਕ ਮਿਲਦੇ ਹਨ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਵਾਰ। ਇਸ ਕਰਕੇ ਜਨਮ ਵੀ ਸਾਡੀ ਮੌਤ ਹੀ ਹੈ। ਜੇ ਗਿਆਨ ਦੇ ਨੁਕਤੇ ਤੋਂ ਦੇਖੀਏ ਤਾਂ ਜਨਮ ਵੀ ਸਾਡਾ ਮਰਨਾ ਹੀ ਹੈ। ਇਹ ਵੱਖਰੀ ਗੱਲ ਹੈ, ਜਨਮ ਸਾਡਾ ਮਰਨਾ ਕਿਵੇਂ ਹੈ। ਜਿਹੜਾ ਬ੍ਰਹਮਨਿਸ਼ਠ ਬੰਦੇ ਹੁੰਦੇ ਹਨ, ਉਹ ਇਸ ਗੱਲ ਦੀ ਰੋਜ਼ਾਨਾ ਵਿਚਾਰ ਕਰਦੇ ਨੇ। ਮੈਂ ਇੱਕ ਦਫਾ ਦੱਸਿਆ ਕਿ ਕਥਾ ਦੇ 4 ਪੱਧਰ ਹੁੰਦੇ ਨੇ। ਜਿਹੜੀ
ਸਿਖਰਲਾ ਪੱਧਰ ਹੈ, ਉਹਦੇ ਵਿੱਚ ਇਹਨਾਂ ਗੱਲਾਂ ਦੀ ਵਿਚਾਰ ਕੀਤੀ ਜਾਂਦੀ ਹੈ। ਉਹ ਵਿਚਾਰ ਦੇ ਲਈ ਇੱਕ ਵੱਡਾ ਮਾਹੌਲ ਚਾਹੀਦਾ। ਇਵੇਂ ਦਾ ਮਾਹੌਲ ਉੱਥੇ ਸਾਜ਼ਗਾਰ ਨਹੀਂ ਹੈ। ਉੱਥੇ ਬੰਦੇ ਬੜੀ ਉਚੇਰੀ ਸੁਰਤ ਵਾਲੇ ਹੋਣੇ ਚਾਹੀਦੇ ਨੇ, ਜਿਨ੍ਹਾਂ ਦੇ ਜੀਵਨ ਦਾ ਲਾਸਟ ਕੁਐਸਚਨ ਇਹੀ ਬਣਿਆ ਹੋਵੇ ਕਿ ਸਾਡਾ ਅਸਲ ਕੀ ਹੈ। ਇੰਨੇ ਕੁਐਸਚਨ ਨਾਲ ਤਾਂ ਕੋਈ ਨਹੀਂ ਸਤ ਸੰਗਤ 'ਚ ਬੈਠਦਾ। ਅਸੀਂ ਜੇ ਵੱਧ ਤੋਂ ਵੱਧ ਕੋਈ ਹਾਇਰ ਵੀ ਬੈਠਾ ਹੁੰਦਾ ਅਤੇ ਉਹ ਵੀ ਗਿਆਨ ਲੈਣ ਲਈ ਬੈਠਾ ਹੁੰਦਾ, ਇਸ ਤੋਂ ਅੱਗੇ ਤਾਂ ਕੋਈ ਨਹੀਂ ਹੁੰਦਾ। ਐਡੇ ਵੱਡੇ ਕੁਐਸਚਨ ਦੇ ਨਾਲ ਜਿੱਥੇ ਬੈਠਾ, ਇਸ ਕਰਕੇ ਬ੍ਰਹਮਨਿਸ਼ਠ ਬੰਦੇ ਆਖਦੇ ਹਨ ਕਿ ਜਨਮ ਵੀ ਮੌਤ ਹੀ ਹੈ ਅਤੇ ਮੌਤ ਵੀ ਜਨਮ ਹੈ। ਉਹਨਾਂ ਨੇ ਇਹਨੂੰ ਉਲਟਾ ਬਣਾਇਆ। ਉਹਨਾਂ ਨੇ ਉਲਟਾ ਬਣਾਉਣ ਦਾ ਕਾਰਨ ਕੀ ਹੈ? ਕਹਿੰਦੇ ਜਨਮ ਮੌਤ ਹੈ ਦਾ ਮਤਲਬ ਕੀ ਹੈ ਕਿ ਹੁਣ ਜਦੋਂ ਤੱਕ ਮਨੁੱਖ ਦੇ ਤੱਤ ਨਹੀਂ ਜੁੜੇ ਸਨ, ਕੋਈ ਆਕਾਰ ਨਹੀਂ ਸੀ ਬਣਿਆ, ਇਹਨੂੰ ਟੁੱਟਣ ਦਾ ਕੋਈ ਡਰ ਨਹੀਂ ਸੀ। ਇਸ ਕਰਕੇ ਕਾਲ ਅਤੇ ਅਕਾਲ ਜੁੜੇ ਹੋਏ ਨੇ ਆਪਸ ਦੇ ਵਿੱਚ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਕੁਮਹਾਰ ਭਾਂਡਾ ਘੜਦਾ, ਕੋਈ ਗਲਾਸ ਆਦਿ ਬਣਾ ਰਿਹਾ ਹੋਵੇ, ਉਹਨੂੰ ਸ਼ੇਪ ਦੇਈ ਜਾਵੇ, ਜਿੱਥੇ ਜਾ ਕੇ ਉਹਨੇ ਰੋਕਤਾ, ਉਹਨੂੰ ਲੰਬਾ ਲਈ ਜਾਵੇ ਅਤੇ ਉਹ ਭਾਵੇਂ ਆਕਾਸ਼ ਤੱਕ ਲੈ ਜਾਏ, ਪਰ ਉਹ ਜਿੱਥੇ ਜਾ ਕੇ ਉਹਨੂੰ ਰੋਕਤਾ ਉਹਦਾ ਬਣ ਗਿਆ ਆਕਾਰ। ਜਦੋਂ ਹੀ ਆਕਾਰ ਬਣ ਗਿਆ, ਉਦੋਂ ਹੀ ਕਾਲ ਚੱਕਰ ਦੇ ਵਿੱਚ ਪੂਰਾ ਫਿਕਸ ਹੋ ਗਿਆ। ਇਸ ਕਰਕੇ ਤਾਂ ਭਗਤਾਂ ਨੇ ਜੰਮਣ ਨੂੰ ਵੀ ਦੁੱਖ ਤਾਂ ਹੀ ਮੰਨਿਆ। ਉਹਨਾਂ ਕਿਹਾ ਕਿ ਇਹ ਵੀ ਟੈਨਸ਼ਨ ਹੈ ਬੰਦੇ ਲਈ, ਜੰਮਣਾ ਵੀ ਟੈਨਸ਼ਨ ਹੈ, ਭਾਵੇਂ ਹੁਕਮ ਵਿੱਚ ਹੁੰਦਾ ਹੈ। ਪਰ ਇਸ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ, ਇੱਕ ਦੁੱਖ ਰਾਮ ਰਾਏ ਕੱਟ ਉਹ ਮੇਰਾ ਅਗਨ ਦਹੈ ਅਰ ਗਰਭ ਬਸੇਰਾ, ਕਿ ਜਿਹੜੀ ਪਹਿਲੀ ਰਚਨਾ ਹੁੰਦੀ ਹੈ ਉਹ ਸਾਰੀ ਦੁੱਖ ਵਿੱਚ ਹੈ ਅਤੇ ਉਹਦੇ ਪੈਦਾ ਹੋਣ ਦਾ ਸੰਕਟ ਹੈ ਕਿ ਜਦੋਂ ਮੇਰਾ ਆਕਾਰ ਬਣ ਗਿਆ ਤਾਂ ਫਿਰ ਮੇਰਾ ਆਕਾਰ ਮਿਟੇਗਾ ਵੀ। ਮੈਂ ਇਸ ਟੈਨਸ਼ਨ 'ਚ ਵੀ ਨਹੀਂ ਆਉਣਾ ਚਾਹੁੰਦਾ। ਇਹ ਕਿੱਡਾ ਉੱਚਾ ਜੀਵਨ ਹੈ। ਦੇਖੋ ਕਿ ਹਰ ਜਿਵੇਂ ਬੰਦੇ ਨੂੰ ਜਿਉਣ ਦੀ ਚਾਹਤ ਵੱਧਦੀ ਚਲੀ ਜਾਂਦੀ ਉਮਰ ਦੇ ਹਿਸਾਬ ਨਾਲ, ਥੋੜ੍ਹਾ 10 ਸਾਲ 5 ਸਾਲ ਹੋਰ ਮਿਲ ਜਾਏ। ਜਿਹੜੇ ਬ੍ਰਹਮਨਿਸ਼ਠ ਬੰਦੇ ਨੇ ਉਹ ਆਪਣੇ ਜਨਮ ਨੂੰ ਵੀ ਸੰਕਟ ਮੰਨਦੇ ਨੇ ਕਿ ਸਾਡਾ ਜਨਮ ਕਿਉਂ ਹੋਇਆ, ਅਸੀਂ ਪਰਮ ਤੱਤ ਦੇ ਵਿੱਚ ਪਹਿਲਾਂ ਭੇਦ ਸੀ। ਇਸ ਕਰਕੇ ਫਿਰ ਉਹ ਤਾਂ ਕਹਿੰਦੇ ਹਨ, ਤਾਂ ਭਗਤੀ ਕਰਮ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਦੇਹ ਤਾਂ ਵਿਨਸੇਗੀ ਹੀ, ਪਰ ਜੇ ਤੁਸੀਂ ਆਪਣੇ ਆਤਮ ਤੱਤ ਨੂੰ ਪਛਾਣ ਲਓਗੇ ਤਾਂ ਤੁਹਾਡੇ ਸਾਰੇ ਭਰਮ ਮਿਟ ਜਾਣਗੇ। ਇਸ ਕਰਕੇ ਬ੍ਰਹਮਨਿਸ਼ਠ ਬੰਦੇ ਇਸ ਗੱਲ ਨੂੰ ਆਖਦੇ ਹਨ ਕਿ ਜਨਮ ਵੀ ਮੌਤ ਹੈ, ਭਾਵ ਜਿੱਦਣ ਹੀ ਆਕਾਰ ਬਣਿਆ ਉਦਣ ਹੀ ਸਾਡੇ ਟੁੱਟਣ ਦਾ ਖਤਰਾ ਵੀ ਬਣ ਗਿਆ। ਹੁਣ ਉਦਾਹਰਨ ਦੇ ਤੌਰ 'ਤੇ ਕੱਚ ਦੀ ਵਸਤੂ ਜਿੰਨੀ ਮਰਜ਼ੀ ਖਿਲਰੀ ਪਈ ਰਹੇ, ਉਹ ਜਦੋਂ ਉਹਦਾ ਕੋਈ ਆਕਾਰ ਬਣ ਗਿਆ, ਉਹਦੇ ਆਕਾਰ ਬਣਨ ਦੇ ਨਾਲ ਹੀ ਉਹਦੇ ਉੱਪਰ ਕਾਲ ਦਾ ਚੱਕਰ ਲਾਗੂ ਹੋ ਗਿਆ ਕਿ ਅੱਜ ਆਕਾਰ 'ਚ ਹੈ, ਇਹ ਆਕਾਰ ਕਦੇ ਨਾ ਕਦੇ ਜਾ ਕੇ ਟੁੱਟੇਗਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਆਖਦੇ ਨਾ, ਜੋ ਉਪਜਿਓ ਸੋ ਬਿਨਸ ਹੈ, ਤਾਂ ਉਹਦਾ ਉੱਥੇ ਵੀ ਇਹੀ ਰਮਜ ਹੈ ਕਿ ਜੰਮਣਾ ਹੀ ਮੌਤ ਹੈ ਅਤੇ ਮੌਤ ਹੀ ਜੰਮਣਾ ਹੈ। ਹੁਣ ਜੰਮਣਾ ਮੌਤ ਦਾ ਸਮਝ ਆ ਗਿਆ ਕਿ ਜਨਮ ਦੇ ਨਾਲ ਹੀ ਸਾਡਾ ਕਾਲ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਮਰਨਾ ਹੀ ਜਨਮ ਕਿਵੇਂ ਹੈ? ਬ੍ਰਹਮਨਿਸ਼ਠ ਬੰਦੇ ਇਹਦੇ ਬਾਰੇ ਆਖਦੇ ਹਨ ਕਿ ਇੱਕ ਜਨਮ ਹੈ ਜਿਹੜਾ ਅਸੀਂ ਦੇਹ ਦੇ ਤਲ 'ਤੇ ਭੋਗਿਆ ਹੈ, ਇੱਕ ਜਨਮ ਹੈ ਜਿਹੜਾ ਅਸੀਂ ਵਿਸ਼ਾਲ ਹੋ ਕੇ ਭੋਗਾਂਗੇ, ਭਾਵ ਕਿ ਜਿੱਥੇ ਸਾਡੇ ਉੱਪਰ ਕੋਈ ਅੰਕੁਸ਼ ਨਹੀਂ ਹੋਏਗਾ। ਹੁਣ ਤਾਂ ਸਾਡੀ ਦੇਹ ਹੈ, ਇਹਦੇ ਕਾਲ ਦੇ ਅਧੀਨ ਹੈ, ਰੋਗਾਂ ਦੇ ਅਧੀਨ ਹੈ, ਕਈ ਕੁਝ ਹੈ। ਜਦੋਂ ਇਹੀ ਸਾਰੇ ਤੱਤ ਮੂਲ ਆਪਣੇ ਸੁਭਾਅ 'ਚ ਰਲ ਜਾਣਗੇ ਅਤੇ ਇਸ ਤਨ ਦੀ ਮੌਤ ਹੋਏਗੀ, ਪਰ ਜਿਹੜੇ ਸਾਡੇ ਤੱਤ ਨੇ ਉਹਨਾਂ ਨੂੰ ਅਸਲ ਜੀਵਨ ਮਿਲੇਗਾ, ਜਿਹੜੀ ਸਾਡੀ ਆਤਮਾ ਨੂੰ ਆਪਣਾ ਅਸਲ ਮਰਕਜ਼ ਮਿਲ ਜਾਏਗਾ। ਇਸ ਕਰਕੇ ਮਰਨਾ ਹੀ ਜਨਮ ਹੈ। ਇਸ ਕਰਕੇ ਜਿਹੜੇ ਬ੍ਰਹਮਨਿਸ਼ਠ ਬੰਦੇ ਨੇ ਉਲਟ ਮੰਨ ਕੇ ਚੱਲਦੇ ਨੇ। ਗੁਰਬਾਣੀ ਦੇ ਵਿੱਚ ਨਾ ਉਲਟਵਾਂਸੀ ਜ਼ਿਕਰ ਆਉਂਦਾ, ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਨਾ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੂਲੇ ਕਉ ਚੁੰਗੈ ਇਸ ਪ੍ਰਕਾਰ ਲੇਲੇ ਕਉ ਚੁੰਗੈ ਨਿਤ ਭੇੜ। ਉਹਦਾ ਭਾਵ ਇਹੀ ਹੈ, ਉਲਟਵਾਂਸੀ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਸਨ ਕਿ ਚੀਜ਼ਾਂ ਦੇ ਪਲਟਵੇਂ ਰੂਪ ਦੇਖੋ ਅਤੇ ਉਹਨਾਂ ਦਾ ਭਾਵ ਬੁੱਝੋ। ਇਸ ਕਰਕੇ ਇਹ ਜਿਹੜਾ ਨੁਕਤਾ ਮੈਂ ਆਪਦੇ ਸਨਮੁਖ ਰੱਖਿਆ ਕਿ ਜਨਮ ਮੌਤ, ਮੌਤ ਜਨਮ ਹੈ। ਜਿੰਨਾ ਚਿਰ ਗੁਰਬਾਣੀ 'ਚ ਕਵਾਕ ਹੁੰਦਾ ਉਲਟੀ ਗੰਗਾ ਜਮਨ ਮਿਲਾਵੋ, ਕਿ ਜੀਵਨ ਦੇ ਜਿੰਨੇ ਵਹਿਣ ਬਣੇ ਹਨ ਇਹਨਾਂ ਸਾਰਿਆਂ ਨੂੰ ਆਪਣੇ ਅੰਦਰ ਲੈ ਜਾਓ। ਜੋ ਕੁਝ ਤੁਹਾਨੂੰ ਜਗਤ 'ਚ ਬਾਹਰ ਸਮਝ ਆਉਂਦਾ ਹੈ ਉਹਨੂੰ ਆਪਣੇ ਅੰਦਰੋਂ ਬੁੱਝਣ ਦਾ ਯਤਨ ਕਰੋ, ਤਾਂ ਜੀਵਨ ਦਾ ਖੇਲ ਸਮਝ ਆਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਦੀ, ਦੇਹ ਤੇਰੀ ਦੇਹ ਜਿਹੜੀ ਹੈ ਮਾਟੀ ਦੇ ਨਾਲ ਮਾਲਕ ਨੇ ਸਕੇਲ ਕਰਕੇ ਮਰੋੜ ਆਦਿ ਕਰਕੇ ਬਣਾ ਦਿੱਤੀ ਹੈ। ਦਿਵਸ ਚਾਰ ਕੋ ਪੇਖਣਾ। ਇਸ ਕਰਕੇ ਕਹਿੰਦੇ ਹੁਣ ਗੱਲ ਕੀ ਹੈ, ਮਨੁੱਖ ਦੀ ਜਿਹੜਾ ਅਧਿਆਤਮ ਸਾਰੀ ਸਭ ਤੋਂ ਵੱਡੀ ਸਮੱਸਿਆ ਦੱਸਦਾ ਹੈ ਕਿ ਮਨੁੱਖ ਦੀ ਚੇਤਨਾ ਜਿਹੜੀ ਹੈ ਉਹ ਸਰੀਰ ਤੱਕ ਲਿਮਟ ਹੋ ਜਾਂਦੀ ਹੈ।
ਸਾਨੂੰ ਅੱਜ ਤਾਂ ਲੱਗਦਾ ਕਿ ਸਰੀਰ ਤੋਂ ਪਰਾਂ ਸਾਡਾ ਸ਼ਾਇਦ ਕੋਈ ਜੀਵਨ ਹੀ ਨਹੀਂ ਹੈ। ਅਤੇ ਜਿਹੜੇ ਬੰਦੇ ਬ੍ਰਹਮਨਿਸ਼ਟ ਹੁੰਦੇ ਨੇ ਉਹ ਸਰੀਰ ਤੋਂ ਪਰਾਂ ਵਾਲੀ ਹੋਂਦ ਜਿਉਣੀ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਜਿਹੜੇ ਸਿਮਰਨ ਦੇ ਅਭਿਆਸ ਵਿੱਚ ਸ਼ਬਦ ਦੀ ਮੌਤ ਹੰਢਾ ਚੁੱਕੇ ਨੇ ਉਹਨਾਂ ਦੀ ਦੇਹ ਧਰਤੀ 'ਤੇ ਟਰਾਂਸਪੇਰੈਂਟ ਦੇਹ ਹੋ ਜਾਂਦੀ ਹੈ। ਟਰਾਂਸਪੇਰੈਂਟ ਦੇਹ ਦਾ ਮਤਲਬ ਕਿ ਜਗਤ ਦੇਖਦਾ ਹੈ ਕਿ ਇਸ ਬੰਦੇ ਨੂੰ ਸੱਟ ਲੱਗੀ ਤਾਂ ਦਰਦ ਪਹੁੰਚੇਗਾ, ਇਸ ਬੰਦੇ ਨੂੰ ਰੋਗ ਲੱਗਿਆ ਤਾਂ ਦੁਖੀ ਹੋਏਗਾ। ਪਰ ਜਿਹੜੀ ਉਹਦੀ ਸਿਮਰਨ ਦੇ ਅਭਿਆਸ ਵਿੱਚ ਮਰ ਕੇ ਹੋਈ ਮੌਤ ਦੇ ਨਾਲ ਉਹ ਦੂਜਾ ਜੀਵਨ ਜਿਉ ਰਿਹਾ ਹੈ, ਉਹਨੂੰ ਕਿਹਾ ਜਾਂਦਾ ਡੈਥ ਦੀ ਟਰਾਂਸਪੇਰੈਂਸੀ ਵਾਲਾ ਜੀਵਨ। ਕਿ ਤੁਸੀਂ ਉਹਨੂੰ ਡੈਥ 'ਚ ਮੰਨੋਗੇ ਪਰ ਉਹ ਡੈਥ 'ਚ ਨਹੀਂ ਹੋਏਗਾ। ਮੈਂ ਇੱਕ ਇਹਦਾ ਸਰਲ ਜਿਹਾ ਅਨੁਭਵ ਇਵੇਂ ਰੱਖਦਾ ਵਾਂ ਕਿ ਕਿਸੇ ਦਫਾ ਕੋਈ ਸਾਡੇ ਅੰਮ੍ਰਿਤਸਰ ਦੇ ਨਿਕਟ ਮਹਾਤਮਾ ਸਨ ਬੰਦਗੀ ਵਾਲੇ, ਅੰਤਮ ਸਮੇਂ ਉਹਨਾਂ ਦੀ ਸਰੀਰ ਦੀ ਹਾਲਤ ਬਹੁਤ ਨਾਜ਼ੁਕ ਸੀ ਸਰਜਰੀ ਵਗੈਰਾ ਆਦਿਕ ਦੇ ਨਾਲ। ਤਾਂ ਕੋਈ ਜਗਿਆਸੂ ਪੁਰਸ਼ ਉਹਨਾਂ ਦੇ ਕੋਲ ਗਿਆ, ਜਾ ਕੇ ਕਹਿਣ ਲੱਗਾ ਜੀ ਕਿ ਤੁਹਾਡੇ ਸਰੀਰ ਦੀ ਹਾਲਤ ਬੜੀ ਦੁਖਦਾਈ ਹੈ, ਮੈਨੂੰ ਬੜਾ ਤਰਸ ਆ ਰਿਹਾ ਹੈ, ਮੈਨੂੰ ਬੜਾ ਦੁੱਖ ਹੋ ਰਿਹਾ ਹੈ। ਉਸ ਮੁਕਤ ਪੁਰਖ ਨੇ ਆਪਣੇ ਅਨੁਭਵ ਦੱਸਦਿਆਂ ਉਹਨੇ ਇੱਕ ਵਾਕ ਕਿਹਾ, ਕਹਿਣ ਲੱਗਾ ਕਿ ਮੈਂ ਭੋਜਨ ਛਕ ਲਿਆ, ਕੋਈ ਜੂਠੀ ਥਾਲੀ ਮਾਂਜੀ ਜਾਂਦਾ ਤੇ ਬੇਸ਼ੱਕ ਮਾਂਜੀ ਜਾਵੇ। ਭਾਵ ਕੀ ਹੈ ਕਿ ਮੈਂ ਦੇਹ ਦੇ ਵਿੱਚ ਰਹਿੰਦਿਆਂ ਜੀਵਨ ਜਿਹੜਾ ਹੈ ਅਸਲ ਜੀਵਨ ਦਾ ਭੇਦ ਪਾ ਲਿਆ ਹੈ। ਜਿਹੜਾ ਦੁੱਖ ਦੀ ਮਾਰ ਹੈ, ਜਿਹੜਾ ਮੈਂ ਜੀਵਨ ਕਮਾ ਲਿਆ ਉਹਦੇ ਤੱਕ ਜਾ ਹੀ ਨਹੀਂ ਰਹੀ, ਭਾਵੇਂ ਸਰੀਰ ਜਿੰਨਾ ਮਰਜ਼ੀ ਕਸ਼ਟ ਦੇ ਵਿੱਚ ਹੋਵੇ। ਇਹੀ ਅਧਿਆਤਮ ਦਾ ਸਭ ਤੋਂ ਵੱਡਾ ਸਿਖਰ ਹੈ। ਅਤੇ ਅੱਜ ਪੱਛਮ ਇਸ ਗੱਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਏਸ਼ੀਆ ਨੇ ਅਨੁਭਵ ਪੈਦਾ ਕੀਤਾ ਹੈ ਕਿ ਇਸ ਜੀਵਨ ਦੇ ਵਿੱਚ ਰਹਿੰਦਿਆਂ ਵੀ, ਇਸ ਦੇਹ ਦੇ ਵਿੱਚ ਰਹਿੰਦਿਆਂ ਵੀ ਇੱਕ ਵੱਡਾ ਜੀਵਨ ਕਮਾਇਆ ਜਾ ਸਕਦਾ ਹੈ ਜਿੱਥੇ ਦੁੱਖ ਦਰਦ ਕੁਝ ਨਹੀਂ ਪਹੁੰਚਦਾ। ਉਹ ਕੀ ਹੈ? ਉਹ ਇਸ ਗੱਲ ਦੀ ਤਲਾਸ਼ ਕਰੋ। ਉਹਦੇ ਬੜੇ ਤਰੀਕੇ ਘੜ ਰਹੇ ਨੇ, ਭਾਵੇਂ ਅਜੇ ਉਹਨਾਂ ਤਰੀਕੇ ਚੱਲ ਹੀ ਰਹੇ ਨੇ, ਅਤੇ ਸਾਨੂੰ ਉਹਦਾ ਤਰੀਕਾ ਗੁਰੂ ਸਾਹਿਬ ਜੀ ਨੇ ਦੱਸਿਆ ਸਿਮਰਨ ਅਭਿਆਸ। ਹੁਣ ਉਹਦੇ ਵਿੱਚ ਇਹ ਗੱਲ ਕਿਵੇਂ ਵਾਪਰਦੀ ਹੈ? ਜਿਹੜੇ ਬੰਦੇ ਜਿਨ੍ਹਾਂ ਨੇ ਬਚਪਨ 'ਚੋਂ ਆਪਣੀ ਅਧਿਆਤਮਿਕ ਸਾਧਨਾ ਸ਼ੁਰੂ ਕੀਤੀ ਉਹਨਾਂ ਨੂੰ ਜ਼ਿਆਦਾ ਗੱਲ ਸਮਝ ਆਏਗੀ, ਦੂਜਿਆਂ ਨੂੰ ਘੱਟ ਆਏਗੀ। ਬਚਪਨ ਦੇ ਵਿੱਚ ਜਿਹੜੀ ਮਾਂ ਨੇ ਆਪਣੇ ਬੱਚੇ ਨੂੰ ਸਿਮਰਨ ਦੇ ਵਿੱਚ ਉਤਾਰ ਦਿੱਤਾ ਹੈ, ਸਮਝ ਲਓ ਉਹਨੇ ਉਹਦਾ ਦੂਜਾ ਜਨਮ ਕਰਵਾ ਦਿੱਤਾ। ਬਹੁਤ ਹੱਦ ਤੱਕ ਨਿਸ਼ਚਿਤ ਹੈ ਕਿ ਉਹਨੇ ਉਹਦਾ ਦੂਜਾ ਜਨਮ ਕਰਵਾ ਦਿੱਤਾ, ਜਿਹਨੂੰ ਕਿਹਾ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਜਦੋਂ ਮਨੁੱਖ ਆਰੰਭ ਦੇ ਵਿੱਚ ਸਿਮਰਨ ਅਭਿਆਸ ਵਿੱਚ ਜੁੜਦਾ, ਅਤੇ ਸਿਮਰਨ ਦਾ ਅਕਹਿਰਾ ਅਰਥ ਮੈਂ ਨਹੀਂ ਲੈ ਰਿਹਾ, ਉਹਦਾ ਜਪ ਨਹੀਂ, ਸਿਮਰਨ ਦਾ ਅਰਥ ਉਹਦੀ ਸਾਰੀ ਸਾਧਨਾ ਜਦੋਂ ਜੁੜ ਕੇ ਬੈਠਦਾ ਹੈ ਅਤੇ ਰੋਜ਼ਾਨਾ ਆਪਣੀ ਦੇਹ ਦੀ ਜਿਹੜੀ ਬਖਸ਼ਿਸ਼ ਹੈ, ਐਨਰਜੀ ਹੈ, ਉਹਨੂੰ ਸਾਰੀ ਨੂੰ ਆਪਣੇ ਧਿਆਨ ਅਤੇ ਜਪ ਵਾਲੇ ਪਾਸੇ ਲਗਾਉਂਦਾ ਹੈ। ਤਾਂ ਇੱਕ ਦਫਾ ਜਦੋਂ ਬਹੁਤ ਸਮਾਂ ਚੱਲਦਾ ਹੈ, ਕੁਝ ਸਾਲਾਂ ਬਾਅਦ ਆ ਕੇ ਇਹ ਮਿਹਰ ਦਾ ਸਿਲਸਿਲਾ ਹੁੰਦਾ, ਕੋਈ ਇਹ ਟਾਈਮ ਨਹੀਂ ਫਿਕਸ ਇਹਦੇ ਵਿੱਚ। ਕਈ ਸਾਲ ਚੱਲ ਕੇ ਉਹਦੇ ਅੰਦਰ ਇੱਕ ਦਿਨ ਜਿੱਦਣ ਉਹਦੀ ਸ਼ਬਦ 'ਚ ਮੌਤ ਹੁੰਦੀ ਹੈ, ਉਹਦੇ ਐਕਸਪੀਰੀਅੰਸ ਕੀ ਹਨ, ਜਿਹਨੂੰ ਗੁਰਬਾਣੀ 'ਚ ਹੁੰਦਾ ਸ਼ਬਦ ਦਾ ਮਰਨਾ। ਇਸ ਗੱਲ ਦਾ ਅਜੇ ਤੱਕ ਅਸੀਂ ਭਾਵ ਖੋਲ੍ਹਿਆ ਨਹੀਂ ਕਿ ਸ਼ਬਦ 'ਚ ਮਰਨਾ ਕੀ ਹੁੰਦਾ। ਜਦੋਂ ਮਨੁੱਖ ਸਿਮਰਨ ਦੀ ਸਿਖਰਲੀ ਅਵਸਥਾ 'ਤੇ ਚਲਿਆ ਜਾਂਦਾ ਹੈ, ਉਸ ਸਮੇਂ ਦੇ ਵਿੱਚ ਜਾ ਕੇ ਉੱਥੇ ਮਨੁੱਖ ਦੇ ਉੱਪਰ ਡੈਥ ਦਾ ਡਾਰਕਨੈਸ ਵਾਲਾ ਐਕਸਪੀਰੀਅੰਸ ਵਾਪਰਦਾ। ਮਤਲਬ ਇਹਨੂੰ ਸਰਲ ਭਾਸ਼ਾ 'ਚ ਕਹਿਣਾ ਹੋਵੇ ਕਿ ਜਦੋਂ ਸਿਮਰਨ ਕਰਕੇ ਮਨੁੱਖ ਆਪਣੀ ਦੇਹ ਦੀ ਸਾਰੀ ਮੈਲ ਨੂੰ ਗਵਾ ਚੁੱਕਾ ਹੁੰਦਾ, ਆਪਣੇ ਸਾਰਾ ਕੁਝ ਦੇਹ ਨੂੰ ਬਿਲਕੁਲ ਸ਼ੁੱਧ ਕਰ ਲਿਆ ਹੁੰਦਾ, ਉਹਦੀ ਸਿਮਰਤੀ ਵੀ ਸ਼ੁੱਧ ਹੋ ਜਾਂਦੀ ਹੈ, ਉਹਦਾ ਮਨ ਵੀ ਸ਼ੁੱਧ ਹੋ ਜਾਂਦਾ ਹੈ। ਫਿਰ ਉਹ ਆਪਣੀ ਸ਼ਬਦ ਵਿੱਚ ਕਿਵੇਂ ਮਰਦਾ ਹੈ, ਉੱਥੇ ਉਹਦੀ ਜ਼ਿੰਦਗੀ 'ਚ ਕੁਝ ਪਲ ਐਸੇ ਆਉਂਦੇ ਹਨ, ਉਹਨੂੰ ਜਿਹੜਾ ਇੱਕ ਤਾਂ ਸਾਨੂੰ ਮੌਤ ਦਾ ਅਨੁਭਵ ਹੋਏਗਾ ਨਾ ਮਰਨ ਲੱਗਿਆਂ, ਉਸ ਬੰਦੇ ਨੂੰ ਜਿਉਂਦਿਆਂ ਹੁੰਦਾ ਹੈ। ਉਹਨੂੰ ਲੱਗੇਗਾ ਮੇਰਾ ਸਾਹ ਰੁਕ ਚੱਲਿਆ ਹੈ, ਮੇਰੇ ਅੰਦਰੋਂ ਆਵਾਜ਼ ਚਲੀ ਗਈ ਹੈ, ਮੇਰੇ ਜਿਹੜੀ ਦਿਲ ਦੀ ਧੜਕਣ ਰੁਕ ਗਈ ਹੈ, ਮੇਰੀ ਦੇਹ ਇੱਕਦਮ ਕਾਲੀ ਹੋ ਗਈ ਹੈ। ਇਸ ਤਰ੍ਹਾਂ ਦਾ ਐਕਸਪੀਰੀਅੰਸ ਬੰਦੇ ਵਿੱਚ ਵਾਪਰਦਾ ਅਤੇ ਉੱਥੇ ਜਾ ਕੇ ਬੜੇ ਬੰਦੇ ਡੋਲ ਜਾਂਦੇ ਨੇ। ਜਿਹੜਾ ਗੁਰਬਾਣੀ 'ਚ ਕਿਹਾ ਨਾ ਡੋਲਣ 'ਤੇ ਰਾਖੋ ਪ੍ਰਭੂ, ਉਹ ਉਸ ਅਵਸਥਾ ਲਈ ਕਿਹਾ ਹੈ। ਅਸੀਂ ਉਹਨੂੰ ਨਿੱਕੇ ਅਰਥਾਂ 'ਚ ਕਈ ਵਾਰੀ ਕਿ ਉੱਥੇ ਜਾ ਕੇ ਬੰਦਾ ਡੋਲ ਜਾਂਦਾ। ਡਰ ਬਹੁਤ ਬੰਦੇ ਐਸੇ ਵੀ ਤੁਹਾਨੂੰ ਕਿਤੇ ਹੁਣ ਤਾਂ ਮੈਂ ਬਹੁਤ ਦੂਰ ਰਹਿੰਦਾ, ਕਿਤੇ ਨੇੜੇ ਰਹਾਂ ਤਾਂ ਤੁਹਾਨੂੰ ਰੋਜ਼ਾਨਾ ਐਸੇ ਮੁਕਤ ਪੁਰਸ਼ ਮਿਲਾ ਦੇਵਾਂ ਕਿ ਜਿਨ੍ਹਾਂ ਨੇ ਏਡੀ ਵੱਡੀ ਅਵਸਥਾ ਨੂੰ ਕਮਾ ਕੇ ਮੌਤ ਦੇ ਅਨੁਭਵ ਵਿੱਚੋਂ ਨਿਕਲ ਕੇ ਜਿਹੜੇ ਤਾਂ ਅੱਗੇ ਨਿਕਲ ਗਏ ਮਿਹਰ ਦੇ ਨਾਲ, ਉਹਨਾਂ ਦਾ ਜੀਵਨ ਤਾਂ ਹੋ ਗਿਆ ਜੀਵਨ ਮੁਕਤ ਵਾਲਾ। ਜਿਹੜੇ ਉਸ ਐਕਸਪੀਰੀਅੰਸ ਦੇ ਵਿੱਚ ਡੋਲ ਗਏ ਜਾਂ ਕਿਵੇਂ ਉਹਨਾਂ ਦੀ ਜੀਵਨ ਦੀ ਬੰਦਗੀ ਕਿਸੇ ਤਰ੍ਹਾਂ ਸਾਬਤ ਨਾ ਰਹੀ, ਫਿਰ ਉਹਨਾਂ ਦੀ ਜੀਵਨ ਹਾਲਤ ਬੜੀ ਗੰਭੀਰ ਅਤੇ ਬੜੀ ਤਰਸਯੋਗ ਰਹੀ। ਇਸ ਕਰਕੇ ਜਿਹੜਾ ਗੁਰੂ ਸਾਹਿਬਾਨਾਂ ਨੇ ਪੰਜ ਪਿਆਰਿਆਂ ਦੀ ਸੀਸ ਦੀ ਘਟਨਾ, ਉਹ ਐਡੀ ਛੋਟੀ ਨਹੀਂ ਹੈਗੀ ਕਿ ਜੀ ਮੇਰਾ ਸੀਸ ਅਰਪਣ ਕਰ ਦਿੱਤਾ। ਉਹਦੇ ਵਿੱਚ ਇਹ ਹੈ ਕਿ ਉਹ ਸ਼ਬਦ ਵਿੱਚ ਮਰੇ ਹੋਏ ਬੰਦੇ ਨੇ
ਤੇ ਉਹਨਾਂ ਨੂੰ ਪਤਾ ਹੈ ਕਿ ਜੇ ਆਹ ਸੀਸ ਜਾਊਗਾ ਵੀ ਤਾਂ ਸਾਡਾ ਜੀਵਨ ਫਿਰ ਵੀ ਰਹਿਣਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਵਸ ਚਾਰ ਕੋ ਪੇਖਣਾ। ਅਸੀਂ ਕਿਹੜੇ ਐਕਸਪੀਰੀਅੰਸ ਕਮਾਉਂਦੇ ਹਾਂ। ਅੱਜ ਦੇਖਦਾ ਕਈ ਵਾਰੀ ਮੈਂ ਕਿ ਸੁਭਾਵਕ ਕਿ ਹਰੇਕ ਸੁਸਾਇਟੀ ਕੋਲ ਨਾ ਆਪਣਾ ਜੀਵਨ ਹੁੰਦਾ ਹੈ। ਜਿਵੇਂ ਅੱਜ ਅਸੀਂ ਮੁਸਲਮਾਨ ਲੋਕ ਨੇ, ਇਹਨਾਂ ਕੋਲ ਸਾਰੇ ਪੈਟਰਨ ਨੇ ਆਪਣੀ ਜ਼ਿੰਦਗੀ ਦੇ, ਭਾਵੇਂ ਉਹ ਛੱਡੀ ਜਾ ਰਹੇ ਨੇ ਹੌਲੀ ਹੌਲੀ, ਪਰ ਉਹਨਾਂ ਕੋਲ ਸਾਰੇ ਨੇ। ਸਾਡੇ ਕੋਲ ਕੀ ਹੈ, ਸਾਡੇ ਘਰ ਦੀ ਸੈਲੀਬ੍ਰੇਸ਼ਨ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਨਹੀਂ ਹੋਈ। ਸਾਡੇ ਘਰ ਦੀ ਥਿੰਕਿੰਗ ਜਾਂ ਸਾਡੇ ਜਿਹੜੇ ਮੈਂਟੈਲਿਟੀ ਦੇ ਪੈਟਰਨ ਨੇ ਉਹ ਬਾਣੀ ਨਾਲ ਜੁੜੇ ਨਹੀਂ ਹੋਏ। ਜਿੰਨਾ ਕੁਝ ਵੀ ਹੈ ਸਾਡਾ ਬਾਣੀ ਨਾਲ ਤਾਂ ਜੁੜਿਆ ਨਹੀਂ ਹੋਇਆ, ਫਿਰ ਅਸੀਂ ਸਿੱਖ ਕਿਸ ਸ਼ਬਦ ਵਿੱਚੋਂ ਆਖਦੇ ਹਾਂ ਆਪਣੇ ਆਪ ਨੂੰ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਵਸ ਚਾਰ ਕੋ ਪੇਖਣਾ। ਇਸ ਕਰਕੇ ਦੇਹਾ ਅਤੀਤ ਜੀਵਨ ਜਿਉਣ ਦੀ ਥੋੜ੍ਹੀ ਬਹੁਤੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇਹਾ ਅਤੀਤ ਜੀਵਨ ਦਾ ਮਤਲਬ ਹੈ ਕਿ ਜਿਵੇਂ ਆ ਕਥਾ ਹੋ ਰਹੀ ਹੈ, ਜਿਹੜੇ ਦੇਹ ਦੇ ਸੈਂਟਰਡ ਜੀਵਨ ਜਿਉਂਦੇ ਨੇ ਉਹ ਸਮਝਣਗੇ ਕਿ ਇੱਕ ਬੰਦਾ ਬੋਲ ਰਿਹਾ ਅਤੇ ਇੱਕ ਬੰਦਾ ਸੁਣ ਰਿਹਾ। ਜਿਹੜੇ ਦੇਹ 'ਤੇ ਸੈਂਟਰਡ ਜੀਵਨ ਜਿਉਂਦੇ ਨੇ, ਜਿਹੜੇ ਦੇਹਾ ਅਤੀਤ ਜੀਵਨ ਜਿਉਂਦੇ ਨੇ ਉਹ ਕਹਿਣਗੇ ਇਹ ਸ਼ਬਦ ਬੋਲਿਆ ਅਤੇ ਸ਼ਬਦ ਹੀ ਸੁਣ ਰਿਹਾ। ਜਿਹੜੇ ਇਸ ਤਰੀਕੇ ਨਾਲ ਕਥਾ ਸੁਣਦੇ ਨੇ ਉਹੀ ਕਥਾ ਦੀ ਉਚਾਈ ਵਿੱਚ ਜਾਂਦੇ ਨੇ। ਜਿਹੜੇ ਦੂਜੇ ਫਨੋਮਨਿਆਂ 'ਚ ਰਹਿੰਦੇ ਨਾ ਕਿ ਬੰਦਾ ਬੈਠਾ ਹੈ, ਉਹ ਹੱਥ ਮਾਰ ਰਿਹਾ, ਉੱਚੀ ਬੋਲ ਰਿਹਾ, ਉਹ ਕਥਾ ਦੇ ਵਿੱਚ ਲੀਨ ਨਹੀਂ ਹੋ ਸਕਦੇ। ਉਂਝ ਉਹ ਕਥਾ ਦੀ ਮਾੜੀ ਮੋਟੀ ਜਾਣਕਾਰੀ ਲੈ ਸਕਦੇ ਨੇ। ਇਸ ਕਰਕੇ ਜਿਹੜੇ ਸ਼ਬਦ ਵਿੱਚ ਉੱਚਾ ਜਾਣਾ ਕੀ ਹੁੰਦਾ ਹੈ ਕਿ ਕਥਨ ਵਾਲੇ ਨੂੰ ਵੀ ਆਪਣੀ ਸੁਰਤ ਭੁੱਲ ਜਾਏ ਵੀ ਮੈਂ ਕੌਣ ਹਾਂ, ਅਤੇ ਸੁਣਨ ਵਾਲੇ ਨੂੰ ਵੀ ਆਪਣੀ ਸੁਰਤ ਭੁੱਲ ਜਾਏ। ਜੇ ਸਾਡੀ ਥੱਲੇ ਬਣੀ ਰਹਿੰਦੀ ਹੈ ਕਥਨ ਵਾਲੇ ਦੀ ਵੀ ਅਤੇ ਸੁਣਨ ਵਾਲੇ ਵੀ ਦੀ, ਅਤੇ ਸਮਝ ਲਓ ਇਹ ਸਤ ਸੰਗਤ ਨਹੀਂ ਬਣੀ, ਇਹ ਉਂਝ ਗਿਆਨ ਦੀ ਚਰਚਾ ਹੋ ਸਕਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਵਸ ਚਾਰ ਕੋ ਪੇਖਣਾ। ਦੇਹਾ ਅਤੀਤ ਜੀਵਨ ਜਿਉਣਾ ਚਾਹੀਦਾ ਹੈ ਕਿ ਆਹ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ ਇਹਦਾ ਮੂਲ ਕੀ ਹੈ। ਆਹ ਜਿਹੜੇ ਨੇਤਰ ਦੇਖਣ ਦੇ ਵਿੱਚ ਮਰਨ ਤੋਂ ਬਾਅਦ ਵੀ ਤਾਂ ਅੱਖਾਂ ਰਹਿਣਗੀਆਂ, ਪਰ ਉਹ ਦੇਖ ਨਹੀਂ ਸਕਣਗੀਆਂ, ਭਾਵੇਂ ਉਹ ਅੱਖਾਂ ਹੱਥ ਨਾਲ ਖੋਲ੍ਹ ਕੇ ਫੜ ਲਈਆਂ ਜਾਣ, ਪਰ ਉਹਨਾਂ ਦੇ ਅੰਦਰ ਜਿਹੜੀ ਇਹ ਅੱਖਾਂ ਦੇ ਵਿੱਚ ਰੌਸ਼ਨੀ ਆ ਰਹੀ ਹੈ, ਕੰਨਾਂ ਦੇ ਅੰਦਰ ਸੁਣਨ ਦਾ ਤਾਨ ਆ ਰਿਹਾ। ਆਹ ਆਵਾਜ਼ ਦੇ ਵਿੱਚੋਂ ਜਿਹੜੇ ਇੱਕ ਲਫ਼ਜ਼ ਬਣ ਰਹੇ ਨੇ, ਇਹਦਾ ਮੂਲ ਸਰੋਤ ਕੀ ਹੈ, ਕਿੱਥੋਂ ਪੈਦਾ ਹੋ ਰਿਹਾ ਸਾਰਾ ਕੁਝ। ਇਸ ਗੱਲ ਨੂੰ ਬੁੱਝਣਾ ਆਪਣੇ ਜੀਵਨ ਦੇ ਅਸਲ ਮਰਕਜ਼ ਦੇ ਨੇੜੇ ਜਾਣਾ ਹੁੰਦਾ। ਅਤੇ ਜਿਹੜੇ ਰੋਜ਼ਾਨਾ ਇਸ ਅਭਿਆਸ ਨੂੰ ਕਰਦੇ ਨੇ ਉਹ ਦੇਹਾ ਅਤੀਤ ਜੀਵਨ ਜਿਉਂਦੇ ਨੇ। ਫਿਰ ਉਹਨਾਂ ਦੇ ਤਨ ਦੀ ਮਨ ਦੀ ਟੈਨਸ਼ਨ ਚੱਲਦੀ ਰਹਿੰਦੀ ਹੈ, ਉਹ ਪਰ ਉਹਨਾਂ ਨੂੰ ਉਹ ਤੁੱਛ ਹੀ ਜਾਣਦੇ ਨੇ। ਉਹਨਾਂ ਨੂੰ ਪਤਾ ਹੈ ਕਿ ਦੇਹ ਦਾ ਫਿਨੋਮਨਾ ਹੈ, ਅਸੀਂ ਆਤਮਿਕ ਜੀਵਨ ਵਾਲੇ। ਤਾਂ ਕਰਕੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਵਸ ਚਾਰ ਕੋ ਪੇਖਣਾ। 4 ਦਿਨ ਤੇਰੀ ਜ਼ਿੰਦਗੀ ਦਾ ਖੇਲ ਹੈ, ਅੰਤ ਖੇਹ ਕੀ ਖੇ। ਹੁਣ ਕਦੀ ਸੋਚਿਆ ਕਿ ਸਾਨੂੰ ਮੱਥਾ ਟੇਕਣ ਲਈ, ਧਰਤੀ 'ਤੇ ਮੱਥਾ ਟੇਕਣ ਲਈ ਕਿਉਂ ਕਿਹਾ ਜਾਂਦਾ? ਇਸ ਗੱਲ ਨੂੰ ਅਸੀਂ ਕਦੀ ਵਿਚਾਰਿਆ ਨਹੀਂ ਹੋਏਗਾ। ਇਸ ਕਰਕੇ ਕਿਹਾ ਜਾਂਦਾ ਹੈ ਕਿ ਦੁਨੀਆ ਦੇ, ਵੇਖੋ ਦੁਨੀਆ ਦਾ ਕੋਈ ਮਜ਼ਹਬ ਦੇਖ ਲਓ, ਕੋਈ ਵੀ, ਇੱਕ ਈਸਾਈਅਤ ਨੂੰ ਛੱਡ ਕੇ ਹਰੇਕ ਧਰਮ ਦੇ ਵਿੱਚ ਜਿਹੜਾ ਹੈ ਸਜਦਾ ਹੈ। ਹਰੇਕ ਧਰਮ ਦੇ ਵਿੱਚ, ਬੁੱਧ ਮਤ 'ਚ ਵੀ ਸ਼ਾਇਦ ਥੋੜ੍ਹਾ ਸਪਸ਼ਟ ਨਹੀਂ, ਇੱਕ ਈਸਾਈਅਤ ਨੂੰ ਛੱਡ ਕੇ ਹਰੇਕ ਧਰਮ ਦੇ ਵਿੱਚ ਸਜਦਾ ਹੈ। ਸਨਾਤਨ ਲੋਕ, ਬ੍ਰਾਹਮਣ ਲੋਕ ਮੂਰਤੀ ਨੂੰ ਮੱਥਾ ਟੇਕਦੇ ਹਨ, ਪਰ ਉਹ ਅਸਲ ਦੇ ਵਿੱਚ ਜ਼ਮੀਨ ਨੂੰ ਮੱਥਾ ਟੇਕਦੇ। ਸਿੱਖ ਵੀ ਟੇਕਦੇ ਨੇ, ਇਸਲਾਮ ਵਾਲੇ ਵੀ। ਈਸਾਈਅਤ ਨਹੀਂ ਟੇਕਦੀ, ਉਹਨਾਂ ਕੋਲ ਪ੍ਰੇਅਰ ਹੈ ਇਕੱਲੀ। ਟੇਕਣ ਦਾ ਭਾਵ ਕੀ ਹੈ? ਮੱਥਾ ਟੇਕਣ ਦਾ ਭਾਵ ਕੀ ਹੈ ਕਿ ਅਸੀਂ ਉਸ ਵਕਤ ਆਪਣਾ ਮਸਤਕ ਧਰਤੀ ਨੂੰ ਛੁਹਾ ਰਹੇ ਹੁੰਦੇ ਹਾਂ। ਅਤੇ ਮਸਤਕ ਧਰਤੀ ਨੂੰ ਛੁਹਾਉਣ ਦਾ ਭਾਵ ਇਹ ਹੈ ਕਿ ਧਰਤੀ ਦਾ ਮਰਕਜ਼ ਸਮਝ ਲੈਣਾ ਕਿ ਜੇ ਅੱਜ ਸਾਡੇ ਜੀਵਨ ਦੇ ਵਿੱਚ ਬੁੱਧੀ ਦੇ ਤਾਣ ਕਰਕੇ, ਯਾਦਾਸ਼ਤ ਕਰਕੇ, ਸਿਮਰਤੀ ਕਰਕੇ, ਅਕਲ ਕਰਕੇ ਜਿਹੜੀ ਹਉਮੈ ਬਣ ਰਹੀ ਹੈ, ਅਤੇ ਧਰਤੀ ਨਾਲ ਛੁਹਾਉਣ ਦਾ ਮਤਲਬ ਹੈ ਕਿ ਆਪਣੇ ਅਸਲ ਨਾਲ ਜੁੜੀ ਰਹੇ। ਅਤੇ ਇਹ ਇੱਕ ਦਿਨ ਸਾਰਾ ਰਾਖ ਹੀ ਹੋਣਾ ਹੈ। ਇਸ ਕਰਕੇ ਧਰਤੀ 'ਤੇ ਸਜਦਾ ਕਰਨ ਦਾ ਮਤਲਬ ਹੈ ਕਿ ਅਸੀਂ ਸਜਦਾ ਕਰਨ ਦੇ ਵਿੱਚ ਆਪਣਾ ਗਿਆਨ ਦਾ ਅਭਿਆਸ ਕਰ ਰਹੇ ਹਾਂ। ਕਿ ਸਾਡੇ ਜਿਵੇਂ ਬਾਬਾ ਫਰੀਦ ਸਾਹਿਬ ਜੀ ਬਾਣੀ 'ਚ ਵਾਕ ਹੁੰਦੇ ਨੇ, ਜੇ ਸਿਰ ਰਚ ਰਚ ਬਾਦਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗਜ਼ਾਂ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਗਹਿਲਾ ਰੂਹੂ ਨਾ ਜਾਣਈ, ਸਿਰ ਭੀ ਮਿੱਟੀ ਖਾਏ। ਕਹਿੰਦੇ ਜਿਹੜਾ ਸਾਡਾ ਮੱਥਾ ਟੇਕਣਾ ਉਹ ਇਸ ਗੱਲ ਦਾ ਸੂਚਕ ਹੈ, ਜਾਂ ਅਸੀਂ ਇਸ ਗੱਲ ਦਾ ਉਸ ਵਕਤ ਅਭਿਆਸ ਕਰ ਰਹੇ ਹੁੰਦੇ ਹਾਂ ਕਿ ਸਾਡੀ ਜਿਹੜੀ ਮੱਤ ਕਰਕੇ, ਬੁੱਧ ਕਰਕੇ, ਅਕਲ ਕਰਕੇ ਹਉਮੈ ਪੈਦਾ ਹੋਣੀ ਹੈ। ਅਤੇ ਉਹ ਹਉਮੈ ਸਮਝਦੀ ਹੈ ਕਿ ਮੈਂ ਸਦੀਵ ਹਾਂ, ਮੈਂ ਚੰਗੀ ਹਾਂ, ਮੈਂ ਸਾਰਾ ਕੁਝ ਹਾਂ। ਧਰਤੀ ਨਾਲੇ ਛਹਾਉਣ ਦਾ ਮਤਲਬ ਕਿ ਧਰਤੀ ਸਾਨੂੰ ਸੰਦੇਸ਼ ਦਿੰਦੀ ਹੈ ਕਿ ਤੇਰਾ ਅਸਲ ਮੈਂ ਹਾਂ, ਅਤੇ ਇਹਦੇ ਨਾਲ ਜੁੜਿਆ ਰਹਿ ਤਾਂ ਕਿ ਤੇਰੇ ਬਾਕੀ ਜੀਵਨ ਦੀ ਹਉਮੈ ਪੈਦਾ ਨਾ ਹੋਵੇ।
ਕੋਈ ਵੀ ਕਿਰਿਆ ਛੋਟੀ ਨਹੀਂ ਹੈ। ਇਸ ਕਰਕੇ ਹੁਣ ਤਾਂ ਚਲੋ ਆਪੋ ਆਪਣੇ ਹਰੇਕ ਦੇ ਅਭਿਆਸ ਹੁੰਦੇ ਨੇ, ਕਿਸੇ ਨੂੰ ਕੁਝ ਕਿਹਾ ਨਹੀਂ ਜਾ ਸਕਦਾ। ਬੰਦੇ ਨੂੰ ਅੱਜ ਸਾਡੀ ਡੰਡੌਤ ਸਾਡੇ ਵਿੱਚੋਂ ਨਿਕਲ ਗਈ ਹੈ, ਸਾਡਾ ਤਾਂ ਬੜਾ ਛੋਟਾ ਜਿਹਾ ਹੋ ਗਿਆ, ਬੰਦਿਆਂ ਨੂੰ ਖਲੋਣਾ ਵੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਵੇਂ ਖਲੋਈਦਾ, ਕਿਉਂਕਿ ਰਿਲਾਈਜੇਸ਼ਨ ਵਿੱਚ ਨਹੀਂ ਹਨ, ਧਾਰਮਿਕ ਲੋਕਾਚਾਰੀ ਪੂਰੀ ਕਰ ਰਹੇ ਹਨ। ਬੜਾ ਦੁਖਦ ਹੁੰਦਾ। ਮੈਂ ਦੇਖਦਾ ਤਾਂ ਰੋਜ਼ ਹਾਂ, ਪਰ ਉਹਨਾਂ ਚੀਜ਼ਾਂ ਨੂੰ ਜਦੋਂ ਅੰਦਰ ਹਟਾਉਣਾ ਤਾਂ ਅੰਦਰ ਬੜਾ ਵਿਚਲਿਤ ਹੁੰਦਾ ਹੈ ਕਿ ਕੀ ਅਸੀਂ ਇਹ ਸਿੱਖ ਹਾਂ ਜਿਨ੍ਹਾਂ ਨੂੰ ਸਾਨੂੰ ਗੁਰੂ ਅਰਦਾਸ 'ਚ ਨਹੀਂ ਖਲੋਣਾ ਹੁੰਦਾ। ਸਾਨੂੰ ਮਾਲਕ ਨੇ ਸਿੱਧੇ ਹੱਥ ਬਣਾਏ ਨੇ, ਸਿੱਧੇ ਜੋੜ ਹੀ ਨਹੀਂ ਸਕਦੇ ਅਸੀਂ। ਸਾਨੂੰ ਤਾਂ ਦੇਹ ਦੀ ਮਰਜ਼ਾਦਾ ਨਹੀਂ ਸਮਝ ਆਉਂਦੀ, ਗੁਰ ਮਰਜ਼ਾਦਾ ਕਿੱਥੇ ਸਮਝ ਆਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਵਸ ਚਾਰ ਕੋ ਪੇਖਣਾ। ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਦੇਖੋ ਕਿ ਅਸਲ ਕੀ ਹੈ, ਕਿ ਅਸਲ ਤਾਂ ਸਰੀਰ ਨਹੀਂ ਹੈ। ਸਰੀਰ ਕੱਲ੍ਹ ਤਾਜ਼ਾ ਸੀ, ਅੱਜ ਬੁੱਢਾ ਹੈ। ਇਸ ਕਰਕੇ ਅੰਤ ਖੇਹ ਕੀ ਖੇ। ਇਸ ਕਰਕੇ ਜਿਹੜੀ ਭਗਤੀ ਦੇ ਵਿੱਚ ਜਿਹੜੇ ਬਹੁਤ ਮੁਕਤ ਪੁਰਸ਼ ਹੁੰਦੇ ਨੇ, ਉਹ ਸਾਰੀ ਜ਼ਿੰਦਗੀ ਧਰਤੀ 'ਤੇ ਵਿਰਾਜਦੇ ਨੇ। ਅੱਜ ਜਿੰਨੇ ਵੀ ਤੁਹਾਨੂੰ ਸੰਤ ਪੁਰਖ ਮਿਲਣਗੇ ਜਿਹੜੇ ਅੱਜ ਕੱਲ੍ਹ ਪ੍ਰਚਲਿਤ ਕਿਸਮ ਦੇ ਨੇ, ਉਹਨਾਂ ਦੇ ਜੀਵਨ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹ ਬੰਦੇ ਅੱਜ ਕੱਲ੍ਹ ਸੰਤ ਵੀ ਐਲੀਟ ਹੋਏ ਫਿਰਦੇ ਨੇ, ਉਹ ਫਕੀਰੀ 'ਚ ਤਾਂ ਹੈ ਹੀ ਨਹੀਂ। ਇਸ ਕਰਕੇ ਜਿਹੜਾ ਇਹ ਵੀ ਪਛਾਣ ਕਰ ਲੈਣੀ, ਜਿਹੜੇ ਮੁਕਤ ਪੁਰਸ਼ ਜਿਨ੍ਹਾਂ ਦੀ ਜ਼ਿੰਦਗੀ 'ਚ ਵਾਕਿਆ ਕੋਈ ਬੰਦਗੀ ਦਾ ਅਭਿਆਸ ਟਲਿਆ ਹੋਏਗਾ, ਉਹ ਹਮੇਸ਼ਾ ਜ਼ਮੀਨ 'ਤੇ ਵਿਰਾਜਣਗੇ। ਅਤੇ ਸਾਡੀ ਇਹੀ ਮਰਜ਼ਾਦਾ ਹੈ ਕਿ ਸਾਡੇ ਗੁਰੂ ਘਰਾਂ ਦਾ ਪ੍ਰਕਾਸ਼ ਵੀ ਜ਼ਮੀਨ 'ਤੇ ਹੁੰਦਾ ਸੀ। ਇਹ ਪਰੰਪਰਾ ਅਸੀਂ ਬਦਲ ਦਿੱਤੀ ਹੈ। ਹਰਿਮੰਦਰ ਸਾਹਿਬ ਦਾ ਪ੍ਰਕਾਸ਼ ਅੱਜ ਵੀ ਜ਼ਮੀਨ 'ਤੇ ਹੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦਾ ਇਕੱਠਾ ਹੀ ਰੈਲਮ ਚੱਲਦਾ ਹੈ ਕਿ ਅਸੀਂ ਆਪਣਾ ਇਕੱਲੀ ਗਿਆਨ ਦੇ ਨੁਕਤੇ ਤੋਂ ਨਹੀਂ ਕਹਿਣਾ ਕਿ ਅਸੀਂ ਆਪਣੇ ਅਸਲ ਨਾਲ ਜੁੜੇ ਹਾਂ, ਸਾਡੇ ਜੀਵਨ ਦਾ ਵਿਵਹਾਰ ਵੀ ਦੱਸੇ ਕਿ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੰਤ ਖੇਹ ਕੀ ਖੇਹ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੀ ਬੰਦਗੀ ਦੇਖੋ ਕਿੱਡੀ ਕਮਾਲ ਦੀ ਹੈ। ਫਰੀਦਾ ਗੋਰ ਨੇ ਮਾਣੀ ਛੱਡ ਕਰੇ ਨੇ ਘਰਿਆਂ ਘਰ ਆਓ। ਸਾਡੇ ਲਾਗੇ ਕੋਈ ਮੜੀਆਂ ਸ਼ਬਦ ਬੋਲਦੇ, ਸ਼ਮਸ਼ਾਨ ਘਾਟ ਸ਼ਬਦ ਬੋਲਦੇ, ਅਤੇ ਅਸੀਂ ਉਹਨੂੰ ਬੱਧ ਸ਼ਗਨੀ ਕਹਿੰਦੇ ਹਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਨੂੰ ਮੜੀਆਂ ਚੰਗੀਆਂ ਲੱਗਦੀਆਂ ਨੇ, ਕਬਰਸਤਾਨ ਚੰਗਾ ਲੱਗਦਾ। ਉਹ ਮੈਨੂੰ ਰੋਜ਼ ਸੱਦਾ ਦੇ ਰਿਹਾ ਕਿ ਤੈਨੂੰ ਮੈਂ ਸੰਭਾਲਣਾ। ਇਸ ਕਰਕੇ ਮੇਰੇ ਸੰਭਾਲਣ ਦਾ ਮਤਲਬ ਕਿ ਆਖਰ ਜਦੋਂ ਤੇਰਾ ਜੀਵਨ ਸਿਮਟਣਾ ਹੈ ਅਤੇ ਤੇਰੀ ਸੰਭਾਲ ਮੇਰੇ ਕੋਲ ਹੋਏਗੀ, ਅਤੇ ਉਸ ਤੋਂ ਪਹਿਲਾਂ ਆਪਣਾ ਜੀਵਨ ਸਵਾਰਨ ਦਾ ਕਾਰਜ ਕਰ ਲੈ। ਜਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇਡ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਥੋੜ੍ਹਾ ਜਿਹਾ ਘੱਟਿਆ ਮਿੱਟੀ ਲੱਗ ਜਾਏ, ਕੋਈ ਪਾ ਦੇਵੇ ਤਾਂ ਬੜਾ ਗੁੱਸਾ ਆਉਂਦਾ ਹੈ। ਪਰ ਜੇ ਉਹ ਜਿਹੜੇ ਬੰਦੇ ਗਿਆਨ ਦੇ ਅਭਿਆਸ ਵਿੱਚ ਟਲੇ ਹੋਣਗੇ, ਉਹਨਾਂ ਦੇ ਉੱਪਰ ਘੱਟਾ ਪੈ ਜਾਏ ਅਤੇ ਉਹ ਵਿਚਾਰਵਾਨ ਹੋ ਜਾਂਦੇ ਨੇ ਕਿ ਇਹ ਅੱਜ ਤਾਂ ਕੱਪੜਿਆਂ 'ਤੇ ਪਈ ਹੈ ਅਤੇ ਇੰਨਾ ਇਤਰਾਜ਼ ਹੈ। ਇਸ ਮਿੱਟੀ ਦਾ ਜ਼ੋਰ ਦੇਖੀ ਕਿ ਸਾਰੀ ਦੇਹ ਤੈਨੂੰ ਆਪਣੇ ਆਪ ਵਿੱਚ ਮਿਲਾ ਲਏਗੀ, ਤੂੰ ਕੁਝ ਵੀ ਨਹੀਂ ਕਰ ਸਕੇਂਗਾ। ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਹੀ, ਇੱਕ ਪਾਣੀ ਵਿੱਚੋਂ ਸੱਟੀ, ਇੱਕ ਭੀ ਫਿਰ ਹੱਸਣ ਪਾਏ, ਨਾਨਕੇਵ ਨਾ ਜਾਪੀ ਕਿੱਥੇ ਜਾਏ ਸਮਾਹੇ। ਕਿ ਤੂੰ ਅੱਜ ਮਿੱਟੀ ਦੀ ਹਸਤੀ ਨੂੰ ਕਿੰਨਾ ਤੁੱਛ ਜਾਣਦਾ ਹੈ, ਅਤੇ ਕਿਤੇ ਘੱਟਾ ਮਿੱਟੀ ਉੱਡ ਰਿਹਾ ਹੋਵੇ ਤਾਂ ਮਨੁੱਖ ਇਤਰਾਜ਼ ਕਰਦਾ ਹੈ। ਇਸ ਕਰਕੇ ਮੈਂ ਕਈ ਦਫਾ ਇਹ ਵੀ ਅਰਜ਼ ਕੀਤੀ ਕਿ ਜਦੋਂ ਅਧਿਆਤਮਿਕ ਜੀਵਨ ਪੂਰਾ ਢਲ ਜਾਂਦਾ ਹੈ ਨਾ, ਉਹ ਛੋਟਾ ਜੀਵਨ ਹੀ ਰਹਿੰਦਾ, ਉਹ ਤਾਂ ਬਸ ਸਗਲ ਚਿੰਤਾਵਾਂ ਦਾ ਘਰ ਹੀ ਹੁੰਦਾ ਹੈ। ਕਿ ਉਹਦੇ ਕੋਲ ਕੋਈ ਕਰਮ ਵੀ, ਉਹ ਆਮ ਬੰਦੇ ਦੇ ਸਰੀਰ 'ਤੇ ਇੱਕ ਧੂੜ ਮਿੱਟੀ ਪੈ ਗਈ, ਉਹ ਦੂਜੇ ਨੂੰ ਗਾਲਾਂ ਕੱਢੇਗਾ, ਮਾੜਾ ਭਲਾ ਕਹੇਗਾ। ਜਿਹੜਾ ਅਧਿਆਤਮਿਕਤਾ ਵਿੱਚ ਢਲਿਆ ਬੰਦਾ ਹੈ, ਉਹਦੇ ਲਈ ਉਹੀ ਕਰਮ ਸਾਰੇ ਦਿਨ ਦੀ ਚਿੰਤਾ ਬਣ ਜਾਂਦਾ ਕਿ ਜੀਵਨ ਦੀ ਆਹ ਹਾਲਤ ਹੋਏਗੀ, ਇਸ ਤਰ੍ਹਾਂ ਦੀ ਹਾਲਤ ਹੋਏਗੀ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੰਤ ਖੇਹ ਕੀ ਖੇ। ਇਹ ਦੇਹ ਦਾ ਗਿਆਨ ਅੱਗੇ ਬਖਸ਼ਿਸ਼ ਕਰਦੇ ਹਨ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਤਾਂ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਵੇਂ ਸੂਰਜ ਹੁੰਦਾ ਹੈ, ਜਦੋਂ ਪਹਿਲਾਂ ਵੀ ਹੈਗਾ ਹੈ, ਪਰ ਜਦੋਂ ਦਿਨ ਦਾ ਉਜਾਲਾ ਹੁੰਦਾ ਉਦੋਂ ਸੂਰਜ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਉਹਦਾ ਅਭਾਵ ਹੁੰਦਾ, ਹੈਗਾ ਹੈ ਪਰ ਰਾਤ ਸਮੇਂ ਨਜ਼ਰ ਨਹੀਂ ਆਉਂਦਾ। ਹੈਗਾ ਹੈ ਵੀ ਇਹ ਨਹੀਂ ਵੀ ਖਤਮ ਹੋ ਗਿਆ। ਇੰਝ ਹੀ ਚੰਦਰਮਾ ਵੀ ਹੈ, ਉਹ ਰਾਤ ਸਮੇਂ ਨਜ਼ਰ ਆਉਂਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਦਿਨ ਸਮੇਂ ਨਹੀਂ ਹੈਗਾ। ਇੰਝ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਡੀ ਦੇਹ ਪਹਿਲਾਂ ਹੈ, ਇਸ ਧਰਤੀ 'ਤੇ ਜੀਵਨ ਪਹਿਲਾਂ ਬਣਿਆ ਹੋਇਆ ਹੈ। ਇਸ ਕਰਕੇ ਜੀਵਨ ਕੀ ਹੈ, ਇਹ ਵੀ ਇੱਕ ਬੜਾ ਵੱਡਾ ਵਿਸ਼ਾ ਹੈ, ਅਤੇ ਗੁਰਬਾਣੀ 'ਚ ਇਹਦਾ ਇੰਨਾ ਜ਼ਿਆਦਾ ਗਿਆਨ ਹੈ ਕਿ ਜੇ ਮਨੁੱਖ ਠੀਕ ਢੰਗ ਦੇ ਨਾਲ ਪੜ੍ਹੇ। ਸਾਡੀ ਅੰਤਮ ਅਰਦਾਸਾਂ ਦੇ ਸਮਾਗਮ ਦੀ ਚਰਚਾ ਜੀਵਨ ਕੀ ਹੈ ਦੇ ਪ੍ਰਸ਼ਨ 'ਤੇ ਖਲੋਣੀ ਚਾਹੀਦੀ ਹੈ। ਉਸ 'ਤੇ ਅਸੀਂ ਕਰਦੇ ਹੀ ਨਹੀਂ ਇਸ ਗੱਲ ਦਾ, ਤਾਂ ਉਹ ਹੈਰਾਨਗੀ ਤਾਂ ਆਉਂਦੀ। ਉਸ ਪੈਟਰਨ 'ਚੋਂ ਅਸੀਂ ਕਥਾ ਹੀ ਕੱਢ ਦਿੱਤੀ ਹੈ। ਸ਼ਹਿਰੀ ਸੁਸਾਇਟੀ ਦਾ ਕ੍ਰਾਈਸਿਸ ਇਹ ਹੈ ਕਿ ਇਹ ਅੰਤਮ ਅਰਦਾਸ 'ਤੇ ਕੀਰਤਨ ਪ੍ਰਵਾਨ ਕਰ ਲੈਂਦੀ, ਕਥਾ ਨਹੀਂ ਕਰਦੀ।
ਫਿਰ ਇਹਦਾ ਮਤਲਬ ਹੈ ਕਿ ਜਿਹੜੀ ਮੌਤ ਦੀ ਡੈਂਸਿਟੀ ਵਿੱਚ ਜਾ ਕੇ ਜੀਵਨ ਦਾ ਭੇਦ ਲੱਭਣਾ ਹੈ, ਇਹ ਉਹਨੂੰ ਅਸੈਪਟ ਨਹੀਂ ਕਰਦੀ ਅਤੇ ਉਹਨੂੰ ਵੀ ਕੇਵਲ ਸੰਗੀਤ ਦੇ ਰੈਲਮ 'ਚ ਪਾ ਕੇ ਅਤੇ ਥੋੜ੍ਹਾ ਬਾਹਰੋਂ ਜਚਾ ਲੈਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਦੈ ਭਈ ਸਭ ਦੇਹ। ਇਸ ਕਰਕੇ ਬ੍ਰਹਮਨਿਸ਼ਠ ਬੰਦੇ ਜਾਣਦੇ ਨੇ ਕਿ ਜੀਵਨ ਪਹਿਲਾਂ ਵੀ ਹੈ। ਇਸ ਕਰਕੇ ਕਹਿੰਦੇ ਜਿਵੇਂ ਸੂਰਜ ਉਦੈ ਹੁੰਦਾ ਹੈ ਉਵੇਂ ਹੈਗਾ ਉਹ ਪਹਿਲਾਂ ਵੀ ਹੈ, ਪਰ ਦਿਨ ਸਮੇਂ ਪ੍ਰਗਟ ਹੋ ਜਾਂਦਾ ਹੈ। ਇਵੇਂ ਸਾਡਾ ਜੀਵਨ ਧਰਤੀ 'ਤੇ ਪਹਿਲਾਂ ਵੀ ਪਿਆ ਹੋਇਆ ਹੈ। ਇਹ ਜੀਵਨ ਦੀ ਜਦੋਂ ਹੁਕਮ ਹੋ ਜਾਂਦਾ ਹੈ ਅਤੇ ਜੀਵਨ ਦੇ ਤੱਤ ਜੁੜ ਜਾਂਦੇ ਨੇ। ਅਤੇ ਜਿਵੇਂ ਕਿਸੇ ਦਾ ਜਨਮ ਦਿਨ ਸਮੇਂ ਹੋ ਗਿਆ, ਕਿਸੇ ਦਾ ਰਾਤ ਸਮੇਂ ਹੋ ਗਿਆ, ਕਹਿੰਦੇ ਇਵੇਂ ਹੀ ਇਹ ਦੇਹਾਂ ਬਣਦੀਆਂ ਰਹਿੰਦੀਆਂ ਹਨ। ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ। ਹੁਣ ਇੱਥੇ ਗੁਰ ਗੋਬਿੰਦ ਆਇਆ, ਗੁਰੂ ਗੋਬਿੰਦ ਨਹੀਂ ਆਇਆ। ਗੁਰ ਗੋਬਿੰਦ ਦਾ ਭਾਵ ਕੀ ਹੈ ਕਿ ਸਾਨੂੰ ਸਾਡੇ ਜੀਵਨ ਦਾ ਪਹਿਲਾ ਜਿਹੜਾ ਜਿੱਥੋਂ ਜੀਵਨ ਸ਼ੁਰੂ ਹੋਇਆ ਉਸ ਗੱਲ ਦਾ ਭੇਦ ਅਤੇ ਉਸ ਗੱਲ ਦਾ ਭੇਦ ਪਤਾ ਲੱਗ ਜੇ ਅਤੇ ਉਹਦੇ ਵਿੱਚ ਵਿਲੀਨ ਵੀ ਹੋ ਜਾਈਏ। ਇਹਨੂੰ ਕਿਹਾ ਜਾਂਦਾ ਹੈ ਗੁਰ ਗੋਬਿੰਦ। ਭਾਵ ਕਿ ਜਦੋਂ ਸਾਡੀ ਰਚਨਾ ਰਚੀ ਗਈ, ਉਸ ਰਚਨਾ ਤੋਂ ਬਾਅਦ ਅਸੀਂ ਕਿੰਨਾ ਭਟਕਦੇ ਚੱਲੇ ਆਏ ਹਾਂ ਅਤੇ ਅੱਜ ਮਨੁੱਖਾ ਜੀਵਨ ਦੇ ਪੜਾਅ 'ਤੇ ਖੜ੍ਹੇ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਸਮੱਸਿਆ ਕੀ ਹੋਈ, ਗੁਰ ਗੋਬਿੰਦ ਕੇ ਬਿਨ ਮਿਲੇ। ਦੇਹ ਮਿਲੀ ਸੀ ਕਿ ਮਾਲਕ ਦੇ ਸਰੂਪ ਨੂੰ ਪਹਿਚਾਣ ਲੈਂਦਾ, ਉਹਦੇ ਨਾਲ ਅਭੇਦ ਹੋ ਜਾਂਦਾ। ਕਹਿੰਦੇ ਇਸ ਗੱਲ ਨੂੰ ਪਛਾਣਿਆ ਨਹੀਂ, ਪਲਟ ਭਈ ਸਭ ਖੇ। ਤਾਂ ਫਿਰ ਕੀ ਹੋਇਆ ਕਿ ਦੁਬਾਰਾ ਹੀ ਖੇ ਜਿਹੜੀ ਹੈ ਉਹ ਸਰੀਰ ਹੋ ਗਿਆ। ਇਹਨੂੰ ਸਰਲ ਕਹਿਣਾ ਹੋਵੇ ਕਿ ਜਿਵੇਂ ਮਾਟੀ ਦਾ ਕੋਈ ਭਾਂਡਾ ਬਣਦਾ ਹੈ, ਉਹ ਭਾਂਡੇ ਨੂੰ ਜੇ ਕੋਈ ਨਾ ਵਰਤੇ, ਉਹਦਾ ਪ੍ਰਯੋਗ ਨਾ ਕਰੇ, ਚੰਗਾ ਪ੍ਰਯੋਗ ਨਾ ਕਰੇ, ਤਾਂ ਆਖਰ ਉਹਦਾ ਟੁੱਟਣਾ ਤਾਂ ਨਿਸ਼ਚਿਤ ਹੈ। ਇਸ ਕਰਕੇ ਜੀਵਨ ਦਾ ਖਤਮ ਹੋਣਾ ਨਿਸ਼ਚਿਤ ਹੈ। ਪਰ ਇਸ ਜੀਵਨ ਦੇ ਖਤਮ ਹੋਣ ਤੋਂ ਪਹਿਲਾਂ ਜਿਹੜੇ ਆਪਣੇ ਆਤਮ ਜੀਵਨ ਦੇ ਮਰਮ ਨੂੰ ਨਹੀਂ ਪਾ ਲੈਂਦੇ, ਉਹ ਜਿਹੜੇ ਬੰਦੇ ਹਨ ਉਹਨਾਂ ਦਾ ਜੀਵਨ ਕਾਲ ਮਾਰ ਦੇ ਵਿੱਚ ਇਉਂ ਖਤਮ ਹੋ ਜਾਂਦਾ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇ ਦੇ ਸੰਬੰਧ ਵਿੱਚ ਮਨੁੱਖ ਆਪਣੇ ਜੀਵਨ ਦੀ ਸੋਝੀ ਨੂੰ ਪਤਾ ਕਦੋਂ ਪ੍ਰਾਪਤ ਕਰਦਾ ਹੈ? ਜਦੋਂ ਉਹਦੇ ਦੇਹ ਦਾ ਬਲ ਜਿਹੜਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਦੁਨੀਆ ਦੇ ਗਿਆਨੀ ਪੁਰਸ਼ਾਂ ਦਾ ਕਹਿਣਾ ਹੈ ਕਿ ਬੰਦਾ ਜਿਹੜਾ ਆਪਣਾ ਅਸਲ ਜੀਵਨ ਹੈ ਉਹ ਮਰਨ ਤੋਂ 2-3 ਮਹੀਨੇ ਪਹਿਲਾਂ ਹੀ ਜਿਉਣਾ ਸ਼ੁਰੂ ਕਰ ਦਿੰਦਾ। ਪਹਿਲਾਂ ਤਾਂ ਸਾਰੇ ਮੁਰਦੇ ਹੀ ਹੁੰਦੇ ਨੇ, ਜਿਉਂਦਾ ਸਿਰਫ ਮਨੁੱਖ ਆਪਣੇ ਅੰਤਮ ਸਮੇਂ ਵਿੱਚ ਹੈ। ਉਹਨਾਂ ਦੀ ਇਸ ਗੱਲ ਕਹਿਣ ਦਾ ਭਾਵ ਕੀ ਹੈ? ਉਹਨਾਂ ਦੀ ਇਸ ਗੱਲ ਕਹਿਣ ਦਾ ਭਾਵ ਹੈ ਕਿ ਮਨੁੱਖ ਦੀ ਚੇਤਨਾ ਉਸ ਵਕਤ ਉੱਠਦੀ ਹੈ, ਉਸ ਵਕਤ ਉਹਨਾਂ ਦੇ ਅੰਦਰ ਇਹ ਭਾਵ ਉਪਜਣੇ ਸ਼ੁਰੂ ਹੁੰਦੇ ਹਨ ਕਿ ਜੀਵਨ ਦੀ ਸਮਝ ਪੈਦਾ ਹੁੰਦੀ ਹੈ। ਅਤੇ ਇਹ ਕਈਆਂ ਦੀ ਨਹੀਂ ਵੀ ਹੋ ਸਕਦੀ, ਇਹ ਕੋਈ ਪੱਕੀ ਗੱਲ ਨਹੀਂ ਹੈ। ਹੁਣ ਉਦਾਹਰਨ ਦੇ ਤੌਰ 'ਤੇ ਬਿਰਧ ਅਵਸਥਾ ਦੇ ਵਿੱਚ ਪੈ ਕੇ ਜਦੋਂ ਸਰੀਰ ਦਾ ਆਕਾਰ ਹੀ ਸਾਡਾ ਸਾਥ ਛੱਡ ਗਿਆ, ਬੰਦੇ ਉਸ ਗੱਲ ਦੇ ਵਿੱਚ ਗਿਆਨ ਦਾ ਚਿੰਤਨ ਕਰਨ ਦੀ ਬਜਾਏ ਵੀ ਸਰੀਰ ਦੀ ਚਿੰਤਾ ਹੀ ਹੰਢਾ ਰਹੇ ਹੁੰਦੇ ਨੇ, ਤਾਂ ਮਤਲਬ ਅਜੇ ਵੀ ਨਹੀਂ ਜਿਉਂ ਰਹੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਕਹਿਣ ਦਾ ਭਾਵ ਕਿ ਗੁਰ ਗੋਬਿੰਦ ਕੇ ਬਿਨ ਮਿਲੇ, ਕਿ ਭਲਿਆ ਤੈਨੂੰ ਜੀਵਨ ਹਰ ਦਵਾ ਜਿਹੜਾ ਹੈ ਸੁਚੇਤ ਕਰ ਰਿਹਾ ਹੈ, ਪਰ ਤੂੰ ਉਸ ਅਵਸਥਾ ਨੂੰ ਬੁੱਝਣ ਦੀ ਬਜਾਏ ਉਹਦਾ ਜਾਂ ਤਾਂ ਰੋਸ ਬਣਾਇਆ ਹੋਇਆ ਜਾਂ ਉਹਨੂੰ ਆਪਣੇ ਤੋਂ ਦੂਰ ਕਰਨ ਦਾ ਯਤਨ ਕਰ ਰਹੇ ਹਾਂ। ਅਸੀਂ ਤਾਂ ਕਦੇ ਵੀ ਗਿਆਨੀ ਹੋ ਕੇ ਨਹੀਂ ਜਿਉਂਦੇ, ਸੰਸਾਰੀ ਹੋ ਕੇ ਜਿਉਂਦੇ ਹਾਂ। ਹੁਣ ਸੁਭਾਵਿਕ ਦੇਖੀਦਾ ਆਪੋ ਆਪਣੀ ਗੱਲ ਕਰਦਾ ਮਨੁੱਖ, ਤਾਂ ਦੇਖੀਦਾ ਕਿ ਇਹਨਾਂ ਨੇਤਰਾਂ ਦਾ ਤੇਜ ਮੈਂ ਖੁਦ ਦਾ ਦੇਖਦਾ ਕਿ ਬਹੁਤ ਸੀ, ਹੁਣ ਦਿਨ ਬਾਅਦ ਦਿਨ ਘਟ ਰਿਹਾ। ਤਾਂ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਭਾਈ ਤੈਨੂੰ ਮੌਤ ਰੋਜ਼ ਇੰਡੀਕੇਟ ਕਰ ਰਹੀ ਹੈ ਕਿ ਤੇਰਾ ਜੀਵਨ ਸਮਾਪਤੀ ਵੱਲ ਹੈ। ਪਰ ਕਮਾਲ ਦੀ ਗੱਲ ਹੈ, ਤੂੰ ਇਸ ਭਾਵ ਨੂੰ ਆਪਣੇ ਜੀਵਨ ਦਾ ਅਭਿਆਸ ਬਣਾਉਣ ਦੀ ਬਜਾਏ ਇਹਦੇ ਤੋਂ ਦੂਰੀ ਬਣਾਈ ਹੋਈ ਹੈ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਨਾ ਕਿ ਚੇਤ ਨਾ ਹੈ ਤੋ ਚੇਤ ਲੈ। ਉਹਦਾ ਭਾਵ ਕੀ ਹੈ ਕਿ ਜੀਵਨ ਕਿਤੇ ਮੌਤ ਕਿਤੇ 50 ਸਾਲ 'ਚ ਥੋੜ੍ਹਾ ਹੋਣੀ, ਉਹ ਤਾਂ ਹਰ ਪਲ ਹੋ ਰਹੀ ਹੈ। ਪਰ ਸਮੱਸਿਆ ਇਹ ਹੈ ਕਿ ਤੂੰ ਹਰ ਪਲ ਵਾਲੀ ਮੌਤ ਨੂੰ ਬੁੱਝ ਨਹੀਂ ਸਕਦਾ। ਇਸ ਕਰਕੇ ਕਿਤਾਬੇ ਮੀਰਦਾਦ 'ਚ ਉਹਨਾਂ ਬੜੀ ਵੱਡੀ ਇੱਕ ਮਿਸਟਿਕ ਗੱਲ ਕਹੀ ਹੈ ਕਿ ਜਿਹੜਾ ਮਨੁੱਖ ਕਹਿੰਦਾ ਸਾਹ ਲੈਣਾ ਹੀ ਇਹਦਾ ਮਰਨਾ ਹੈ ਅਤੇ ਸਾਹ ਲੈਣਾ ਹੀ ਇਹਦਾ ਜਿਉਣਾ। ਅਤੇ ਇਹਨੂੰ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ, ਉਹਨੇ ਮੋਮਬੱਤੀ ਦੀ ਉਦਾਹਰਣ ਦਿੱਤੀ ਹੈ। ਕਹਿੰਦਾ ਕਿ ਮੋਮਬੱਤੀ ਦਾ ਜੀਵਨ ਵੀ ਇਹੀ ਆ ਕਿ ਉਹਨੇ ਜਦੋਂ ਜਗੇਗੀ ਉਦੋਂ ਹੀ ਉਹਦਾ ਜੀਵਨ ਪਤਾ ਲੱਗੇਗਾ ਵੀ ਕੀ ਸਮਰੱਥਾ ਹੈ। ਪਰ ਕਹਿੰਦਾ ਇਹੀ ਉਹਦੀ ਮੌਤ ਹੈ ਕਿ ਉਹ ਨਾਲ ਨਾਲ ਖਤਮ ਵੀ ਹੁੰਦੀ ਜਾਂਦੀ ਹੈ। ਇੰਝ ਸਾਡਾ ਜੀਵਨ ਹੀ ਸਾਡੀ ਮੌਤ ਹੈ। ਇਸ ਕਰਕੇ ਮੈਂ ਕਿਸੇ ਦਫਾ ਅੰਤਮ ਅਰਦਾਸ ਸਮਾਗਮ 'ਤੇ ਗਿਆ, ਉੱਥੇ ਕੋਈ ਆਪਣੇ ਆਪ ਨੂੰ ਵਧੇਕ ਸਿਆਣਾ ਸਮਝਣ ਵਾਲਾ ਬੰਦਾ ਕਹਿਣ ਲੱਗਾ, ਜੀ ਇਸ ਗੱਲ ਦੀ ਵਿਆਖਿਆ ਕਰੋ ਕਿ ਮੌਤ ਕੀ ਹੈ।
ਮੈਂ ਕਿਹਾ ਜੀ ਜੇ ਤੁਸੀਂ ਥੋੜ੍ਹੇ ਸੁਘੜ ਹੁੰਦੇ ਤਾਂ ਤੁਸੀਂ ਇਹ ਪ੍ਰਸ਼ਨ ਨਾ ਕਰਦੇ। ਕਹਿੰਦੇ ਫਿਰ ਕੀ ਹੋਣਾ ਚਾਹੀਦਾ? ਮੈਂ ਕਿਹਾ ਮੌਤ ਦਾ ਕੀ ਸਮਝੋਗੇ? ਮੌਤ ਤਾਂ ਹੋ ਰਹੀ ਹੈ, ਉਹ ਅੰਤਮ ਸਟੈਪ ਹੈ ਤੁਹਾਡਾ, ਸਮਝਣ ਲਈ ਜੀਵਨ ਹੈ। ਜੇ ਜੀਵਨ ਸਮਝੋਗੇ, ਗੁਰਬਾਣੀ ਵਿੱਚ ਵਾਕ ਆਉਂਦਾ, ਗੁਰ ਕੈ ਸ਼ਬਦ ਹੈ ਜੇ ਮਰੈ ਤਾਂ ਸਹਿਲਾ ਮਰਨਾ ਹੋਏ। ਜੇ ਤੈਨੂੰ ਜੀਵਨ ਸਮਝ ਆ ਗਿਆ, ਤੇਰਾ ਮਰਨਾ ਸੌਖਾ ਹੋ ਜਾਏਗਾ। ਜੇ ਤੈਨੂੰ ਨਾ ਆਇਆ ਤਾਂ ਮਰਨਾ ਔਖਾ ਹੋ ਜਾਏ, ਕਿਉਂਕਿ ਵਾਸਨਾ ਤੋਂ ਨਹੀਂ ਛੁੱਟਿਆ ਜਾਣਾ, ਸਰੀਰ ਦੀ ਹੰਗਤਾ ਤੋਂ ਨਹੀਂ ਛੁੱਟਿਆ ਜਾਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਗੋਬਿੰਦ ਕੇ ਬਿਨ ਮਿਲੇ। ਕਹਿੰਦੇ ਦੇਖੋ ਮਾਲਕ ਨੇ ਕਿਆ ਅਜੀਮ ਖੇਲ ਰਚਿਆ। ਇਸ ਕਰਕੇ ਅਧਿਆਤਮਿਕਤਾ ਇਸ ਗੱਲ 'ਤੇ ਬਹੁਤ ਜ਼ੋਰ ਦਿੰਦੀ ਹੈ ਕਿ ਬੰਦਾ ਆਪਣੀ ਸਦੀਵਤਾ ਨੂੰ ਪਹਿਚਾਣੇ। ਅਤੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਗੋਬਿੰਦ ਕੇ। ਰੋਜ਼ਾਨਾ ਅਸੀਂ ਬਾਣੀ ਵਿੱਚ ਵਾਕ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋ ਦਾ ਭਾਵ ਜਿਸ ਪਹਿਲੇ ਛਿਣ ਦੇ ਵਿੱਚ ਤੂੰ ਪੈਦਾ ਹੋਇਆ, ਉਸ ਗੱਲ ਦੀ ਤੈਨੂੰ ਸੋਝੀ ਆ ਜਾਵੇ। ਇਸ ਕਰਕੇ ਜਿਹੜੇ ਗਿਆਨ ਦੀ ਵਿਚਾਰ ਅਭਿਆਸ ਵਾਲੇ ਬੰਦੇ ਹੁੰਦੇ ਹਨ, ਉਹ ਜੀਵਨ ਦੇ ਵਿੱਚ ਜਿਹੜਾ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਕੋਈ ਆਪਣੀ ਅਕਲ ਦੀ ਸਥਿਤੀ ਨਹੀਂ ਬਣਾਈ ਹੁੰਦੀ, ਉਹਨਾਂ ਦਾ ਜੀਵਨ ਹੀ ਉਹਦੇ 'ਚ ਢਲ ਚੁੱਕਿਆ ਹੁੰਦਾ। ਉਹ ਮੌਤ ਤੋਂ ਕਿਉਂ ਨਹੀਂ ਘਬਰਾਉਂਦੇ ਦਾ ਕਾਰਨ ਕੀ ਹੈ? ਰੋਜ਼ਾਨਾ ਗਿਆਨ ਦੀ ਅਭਿਆਸ ਨਾਲ ਕਰਕੇ ਉਹਨਾਂ ਨੂੰ ਜਿਹੜਾ ਹੈ ਜੀਵਨ ਦਾ ਭਾਵ ਹੈ, ਉਹਨਾਂ ਨੂੰ ਆਪਣਾ ਜੀਵਨ ਸਰੀਰ ਨਾਲੋਂ ਵੱਖ ਕਰਨਾ ਆ ਗਿਆ ਹੁੰਦਾ। ਇਸ ਕਰਕੇ ਉਹ ਉੱਚਾ ਜੀਵਨ, ਅਸੀਂ ਜਿਹਨੂੰ ਮਹਾਤਮਾ ਕਈ ਸੰਤਾਂ ਦੇ ਸੰਬੰਧ ਵਿੱਚ ਨਾ ਮੈਨੂੰ ਕਈ ਜ਼ਿਕਰ ਕਰਨਗੇ, ਜੇ ਅਸੀਂ ਉਹਨਾਂ ਮਹਾਂਪੁਰਸ਼ਾਂ ਕੋਲ ਜਾਂਦੇ, ਉਹਨਾਂ ਦਾ ਜੀਵਨ ਬੜਾ ਉੱਚਾ ਹੈ, ਉਹਦੇ ਕੋਲੋਂ ਜਾਈਦਾ। ਕਈ ਦਫਾ ਕਈਆਂ ਦੀ ਇਸ ਤਰ੍ਹਾਂ ਮੈਂ ਸੁਣ ਕੇ ਗਿਆ, ਉਹ ਮਹਾਤਮਾ ਦੇ ਕੋਲ ਗਿਆ ਤਾਂ ਉਹ ਆਪਣੇ ਰੋਗ ਦਾ ਜ਼ਿਕਰ ਕਰ ਰਿਹਾ ਸੀ ਕਿ ਮੈਨੂੰ ਫਲਾਣੇ ਸਮੇਂ ਤੋਂ ਆਹ ਰੋਗ ਹੈ। ਮੈਂ ਕਿਹਾ ਜੇ ਇਹਦਾ ਜੀਵਨ ਉੱਚਾ ਹੁੰਦਾ ਤਾਂ ਇਹਦੇ ਉੱਚੇ ਜੀਵਨ ਦੇ ਸਾਹਮਣੇ ਰੋਗ ਦੀ ਔਕਾਤ ਹੀ ਕੀ ਹੈ? ਮਤਲਬ ਅਸੀਂ ਬੜੇ ਭਰਮ ਭੁਲੇਖਿਆਂ 'ਚ ਸਿੱਖ ਮਤ ਚੱਲਦਾ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਗੋਬਿੰਦ ਕੇ ਬਿਨ ਮਿਲੇ। ਭਾਵ ਕਿ ਜਦੋਂ ਮਨੁੱਖ ਆਪਣੇ ਆਤਮਾ ਦੀ ਸਦੀਵਤਾ ਨੂੰ ਪਹਿਚਾਣਦਾ ਹੈ, ਫਿਰ ਉਹਨੂੰ ਪਤਾ ਲੱਗਦਾ ਕਿ ਮੇਰਾ ਅਸਲ ਕੀ ਹੈ, ਸਰੀਰ ਮੇਰਾ ਅਸਲ ਨਹੀਂ। ਇਸ ਕਰਕੇ ਉਹ ਰੋਜ਼ਾਨਾ ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ ਉਹਦੇ ਅੰਦਰ ਕੁਝ ਖਾਸ ਤਰ੍ਹਾਂ ਦਾ ਜੀਵਨ ਅੰਦਰੋਂ ਅੰਦਰ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਅਤੇ ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰ ਮਨੁੱਖ ਦਾ ਕੀ ਹੁੰਦਾ ਹੈ? ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਕੇਹੇ। ਅਸੀਂ ਇਸ ਗੱਲ ਦਾ ਕੰਪੈਰੀਜ਼ਨ ਵੀ ਨਹੀਂ ਕਰਦੇ ਕਿ ਜਗਤ ਵਿੱਚ ਕਾਮਯਾਬ ਹੋਣ ਲਈ 15, 20, 25, 30 ਸਾਲ ਲੱਗੇ ਨੇ। ਅਧਿਆਤਮਿਕ ਦੇ ਵਿੱਚ ਕਾਮਯਾਬ ਹੋਣ ਲਈ ਘੱਟੋ ਘੱਟ 5 ਸਾਲ ਇਨਵੈਸਟ ਕਰ ਲਈਏ। ਅਸੀਂ ਇੰਨਾ ਸਮਾਂ ਵੀ ਇਨਵੈਸਟ ਨਹੀਂ ਕਰ ਸਕਦੇ। ਸਾਡੀ ਸਮੱਸਿਆ ਹੈ, ਭਾਵੇਂ ਇੱਕ ਸੁਭਾਵਿਕ ਮੇਰੇ ਜੀਵਨ ਦੀ ਕਿਰਤ ਹੈ, ਮੈਂ ਇਸ ਸਿਲਸਿਲੇ ਵਿੱਚ ਪੈ ਕੇ ਆਪਣੀ ਕਿਰਤ ਦਾ ਸਿਲਸਿਲਾ ਵੀ ਪੂਰਾ ਕਰਦਾ ਹਾਂ, ਪਰ ਅਧਿਆਤਮਿਕਤਾ ਦੀ ਪਛਾਣ ਇਸ ਤੋਂ ਪਹਿਲਾਂ ਵੀ ਸੀ ਅਤੇ ਅਧਿਆਤਮਿਕ ਜੀਵਨ ਜਿਉਣ ਦੀ ਚਾਹਨਾ ਇਸ ਤੋਂ ਪਹਿਲਾਂ ਵੀ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਕੇ। ਜਿਨ੍ਹਾਂ ਨੇ ਆਪਣੇ ਸਦੀਵ ਤੱਤ ਨੂੰ ਨਹੀਂ ਪਛਾਣਿਆ, ਉਹ ਜੀਵਨ ਦੀ ਇਸੇ ਮਾਰ ਵਿੱਚ ਖਪਤ ਹੋ ਕੇ ਰਹਿ ਗਏ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਦੇਹ ਖਤਮ ਹੋਣਾ ਹੈ, ਉਸ ਤੋਂ ਪਹਿਲਾਂ ਆਪਣੇ ਪਰਮਾਤਮ ਦੇ ਵਿੱਚ ਅਭੇਦ ਹੋ ਜਾਓ, ਤਾਂ ਕਿ ਸਾਨੂੰ ਸਾਡੇ ਜੀਵਨ ਦਾ ਮਸਲਾ ਪਤਾ ਲੱਗ ਜੇ। ਆਵਣ ਜਾਣ ਰਹਿਓ ਕਿ ਨਾ ਜਨਮ ਨਾ ਮਰਨ, ਹੁਣ ਸਦੀਵ ਅੰਮ੍ਰਿਤਵ ਦੇ ਵਿੱਚ ਢਲ ਗਏ ਹਾਂ। ਐਸੀ ਬਖਸ਼ਿਸ਼ ਗਿਆਨ ਦੇ ਅਭਿਆਸ ਨਾਲ, ਗੁਰੂ ਸ਼ਬਦ ਦੀ ਕਮਾਈ ਨਾਲ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਸਾਡੇ ਜੀਵਨ ਦਾ ਸੁਭਾਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ, ਜਿਨ੍ਹਾਂ ਤੋਂ ਅਸੀਂ ਸਿੱਖੀ ਸਿਦਕ ਦੀ, ਸਿੱਖੀ ਸਿਰੜ ਦੀ, ਸਿੱਖੀ ਭਰੋਸੇ ਦੀ ਮਹਾਂ ਪ੍ਰੇਰਨਾ ਲੈਂਦੇ ਹਾਂ। ਉਹਨਾਂ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ 'ਚੋਂ ਬਾਬਾ ਜ਼ੋਰਾਵਰ ਸਿੰਘ ਜੀ, ਤਿੰਨਾਂ ਦਾ ਅੱਜ ਜਨਮ ਦਿਹਾੜਾ ਹੈ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਰੇ 17 ਨਵੰਬਰ 1696 ਨੂੰ ਮਾਤਾ ਜੀਤਾ ਜੀ ਦੀ ਕੁੱਖੋਂ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਹੈ, ਉਹਨਾਂ ਨੇ ਗੁਰੂ ਜੀਵਨ ਦੇ ਵਿੱਚ, ਗੁਰੂ ਜੀਵਨ ਦੀ ਸਿੱਖੀ ਸਿਦਕ ਦੀ ਕਮਾਈ ਨੂੰ ਕਰਕੇ ਬਹੁਤ ਛੋਟੀ ਉਮਰ ਦੇ ਵਿੱਚ ਸਰਹੰਦੀਆਂ ਦੀਵਾਰਾਂ ਦੇ ਵਿੱਚ ਸਿੱਖੀ ਦੀ ਸਿਦਕ ਭਰੀ, ਭਰੋਸੇ ਭਰੀ, ਤਿਆਗ ਭਰੀ, ਜਿਹੜੀ ਸਿਰੜਤਾ ਭਰੀ ਜਿਹੜੀ ਸ਼ਮਾ ਹੈ, ਉਹਨੂੰ ਅਸਮਾਨਾਂ ਤੱਕ ਉੱਚੇ ਕੀਤਾ। ਐਸੇ ਉਹਨਾਂ ਦਾ ਜੀਵਨ ਭਾਵੇਂ ਛੋਟਾ ਹੈ, ਪਰ ਉਹਨਾਂ ਦੀ ਕਰਨੀ ਕਰਕੇ ਅਸੀਂ ਉਹਨਾਂ ਨੂੰ ਬਾਬੇ ਆਖਦੇ ਹਾਂ। ਉਹਨਾਂ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਜੁੜ ਬੈਠੇ ਹਾਂ। ਗੁਰੂ ਕਿਰਪਾ ਕਰੇ ਸਾਡੇ ਘਰਾਂ ਪਰਿਵਾਰਾਂ ਦੇ ਬੱਚਿਆਂ ਵਿੱਚ ਸਿੱਖੀ ਸਿਦਕ ਦੀ ਭਾਵਨਾ ਥੋੜ੍ਹੀ ਪ੍ਰਫੁੱਲਤ ਹੋਵੇ। ਅਤੇ ਇਸ ਗੱਲ ਦੀ ਇੱਕ ਜਿਹੜਾ ਵਰਕੇ ਵੀ ਬਣਦਾ ਹੈ ਕਿ ਇੱਥੇ ਕਿਸੇ ਦਾ, ਮੈਨੂੰ ਨਹੀਂ ਲੱਗਦਾ ਕਿਸੇ ਦੇ ਬੱਚੇ ਨਾਲ ਆਉਂਦੇ ਹੋਣ, ਇੱਥੇ ਇਕੱਲੇ ਇਕੱਲੇ ਆ ਰਹੇ ਨੇ। ਉਦੋਂ ਫਿਰ ਕਈ ਕ੍ਰਾਈਸਿਸ, ਮੈਂ ਤਾਂ ਸਮਝਦਾ ਹੀ ਰਹਿੰਦਾ ਜੋ ਭਾਵੇਂ ਸਮਝਣਾ ਹੁੰਦਾ।
ਇਸ ਕਰਕੇ ਜੇ ਅਸੀਂ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਵਾਰਸ ਬਣਾਉਣਾ ਹੈ ਤਾਂ ਥੋੜ੍ਹਾ ਸਿੱਖੀ ਜੀਵਨ ਦੀ ਸੋਝੀ ਦੇ ਲਈ ਇੱਕ ਦਫਾ ਉਹਨਾਂ ਨੂੰ ਗੁਰੂ ਘਰ ਲਿਆਉਣਾ ਜ਼ਰੂਰੀ ਹੈ, ਤਾਂ ਕਿ ਜਿਹੜੀ ਉਹਨਾਂ ਦੇ ਜੀਵਨ 'ਚ ਬਜ਼ੁਰਗੀ ਸੀ, ਸਿੱਖੀ ਸਿਦਕ ਦਾ ਭਰੋਸਾ ਸੀ, ਉਹ ਸਾਡੇ ਬੱਚਿਆਂ 'ਚ ਵੀ ਬਣ ਸਕੇ ਅਤੇ ਅਸੀਂ ਉਹਨਾਂ ਨੂੰ ਸਿੱਖੀ ਦੇ ਠੀਕ ਵਿਰਾਸਤ ਦੇ ਵਾਰਸ ਬਣਾ ਸਕੇ ਜੀ। ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।